ਹੈਲੋ ਐਵਰੀਵਨ। ਗਿਲਸ ਮੰਟੋਰ ਦੇ ਅਫੀਸ਼ੀਅਲ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਪੰਜਾਬ ਪਟਵਾਰੀ ਐਗਜ਼ਾਮੀਨੇਸ਼ਨ ਦੇ ਅਕਾਊਂਟ ਦਾ ਲੈਕਚਰ ਅੱਜ ਅਸੀਂ 16ਵਾਂ ਦੇਖਣ ਲੱਗੇ ਹਾਂ। ਅੱਜ ਅਸੀਂ ਬੈਂਕ ਰੀਕਨਸਾਈਲੇਸ਼ਨ ਸਟੇਟਮੈਂਟ ਦੇਖਾਂਗੇ। ਉਹ ਮੈਂ ਤੁਹਾਨੂੰ ਸਮਝਾਵਾਂਗਾ ਕਿ ਇਹ ਕਿਹੜੀ ਸਟੇਟਮੈਂਟ ਹੁੰਦੀ ਹੈ, ਇਸ ਨੂੰ ਆਪਾਂ ਬੈਂਕ ਰੀਕਨਸਾਈਲੇਸ਼ਨ ਸਟੇਟਮੈਂਟ ਕਿਉਂ ਕਹਿੰਦੇ ਹਾਂ। ਠੀਕ ਹੈ ਫਰੈਂਡਸ, ਅੱਜ ਲੈਕਚਰ ਸਟਾਰਟ ਕਰਨ ਤੋਂ ਪਹਿਲਾਂ ਤੁਹਾਡੇ ਨਾਲ ਕੁਝ ਇਨਫੋਰਮੇਸ਼ਨ ਸ਼ੇਅਰ ਕਰਨੀ ਸੀ। ਪੰਜਾਬ ਪਟਵਾਰੀ ਐਗਜ਼ਾਮੀਨੇਸ਼ਨ ਲਈ ਮੌਕ ਟੈਸਟ ਪ੍ਰੋਵਾਈਡ ਕੀਤੇ ਜਾ ਰਹੇ ਨੇ। ਜਿਹੜੇ ਬੱਚੇ ਮੌਕ ਟੈਸਟ ਖਰੀਦਣਾ ਚਾਹੁੰਦੇ ਹਨ ਉਹ www.gilsmentortest.com ਤੋਂ ਖਰੀਦ ਸਕਦੇ ਹਨ ਅਤੇ ਆਪਣੀ ਤਿਆਰੀ ਨੂੰ ਹੋਰ ਪੱਕਾ ਕਰ ਸਕਦੇ ਹਨ। ਜੇ ਤੁਹਾਡੀ ਐਡਵਾਂਸ 'ਚ ਤਿਆਰੀ ਹੋਏਗੀ ਤਾਂ ਤੁਸੀਂ ਅੱਛੇ ਨੰਬਰ ਸਕੋਰ ਕਰ ਪਾਓਗੇ। ਠੀਕ ਹੈ ਨਾ ਫਰੈਂਡਸ। ਓਕੇ, ਅੱਜ ਅਸੀਂ ਆਪਣਾ ਸਟਾਰਟ ਕਰਾਂਗੇ ਲੈਕਚਰ। ਹੁਣ ਬੈਂਕ ਰੀਕਨਸਾਈਲੇਸ਼ਨ ਸਟੇਟਮੈਂਟ ਕੀ ਹੁੰਦਾ, ਪਹਿਲੇ ਆਪਾਂ ਡੈਫੀਨੇਸ਼ਨ ਪੜ੍ਹਦੇ ਹਾਂ, ਫਿਰ ਮੈਂ ਤੁਹਾਨੂੰ ਸਮਝਾਉਣਾ ਕੀ ਹੋਏਗਾ ਇਹ। Bank reconciliation statement is a statement prepared periodically to reconcile the difference, if any, between balance shown in bank column of cash book and bank passbook statement on a particular date। ਉਹ ਕਹਿਣਾ ਚਾਹ ਰਿਹਾ ਹੈ, ਤੁਸੀਂ ਕੈਸ਼ ਬੁੱਕ ਤੁਹਾਨੂੰ ਅਗਰ ਆਇਆ ਸੀ, ਜਦੋਂ ਤੁਹਾਨੂੰ ਕੈਸ਼ ਬੁੱਕ ਆਇਆ ਸੀ ਤੁਸੀਂ ਉੱਥੇ ਡਬਲ ਕਾਲਮ ਕੈਸ਼ ਬੁੱਕ ਆਇਆ ਸੀ, ਜਿਸ ਵਿੱਚ ਬੈਂਕ ਦੀ ਵੀ ਐਂਟਰੀਆਂ ਪੈਂਦੀਆਂ ਅਤੇ ਕੈਸ਼ ਦੀ ਵੀ ਐਂਟਰੀਆਂ ਪੈਂਦੀਆਂ। ਦੋ ਕਾਲਮ ਬਣਦੇ ਸੀ, ਜਿਵੇਂ ਇਹ ਡੈਬਿਟ ਸਾਈਡ, ਠੀਕ ਹੈ, ਇਹ ਡੈਬਿਟ ਸਾਈਡ ਦੇ ਬਣਦੇ ਸੀ ਦੋ ਕਾਲਮ, ਕੈਸ਼ ਅਤੇ ਬੈਂਕ ਦੇ, ਅਤੇ ਇਹ ਜੇ ਬਣਦੇ ਸੀ ਤੁਸੀਂ ਕੈਸ਼ ਅਤੇ ਬੈਂਕ ਦੇ, ਠੀਕ ਹੈ, ਕ੍ਰੈਡਿਟ ਸਾਈਡ ਬਣਦੇ ਸੀ। ਠੀਕ ਹੈ ਨਾ। ਅਤੇ ਜਿਹੜੀ ਬੈਂਕ ਦੀ ਆਪਾਂ ਉਰੇ ਐਂਟਰੀਆਂ ਪਾਉਂਦੇ ਸੀ, ਉਰੇ ਆਪਣੀਆਂ ਜਿਹੜਾ ਆਪਣਾ ਬਿਜ਼ਨਸਮੈਨ ਜਿਹੜਾ ਕੈਸ਼ ਬੁੱਕ ਬਣਾਉਂਦਾ ਸੀ, ਉੱਚ ਜਿਹੜੀਆਂ ਬੈਂਕ ਦੁਆਰਾ ਜਿਹੜੀਆਂ ਟ੍ਰਾਂਜੈਕਸ਼ਨਾਂ ਹੁੰਦੀਆਂ ਸੀ, ਚੈੱਕ ਪੇਮੈਂਟ ਕੀਤੀ, ਕੋਈ ਚੈੱਕ ਰਿਸੀਵ ਹੋਇਆ, ਕੋਈ ਚਾਰਜਿਸ ਮੈਨੇ ਚੈੱਕ ਦੁਆਰਾ ਪੇ ਕੀਤੇ, ਕਿਸੇ ਨੂੰ ਲਾਇਬਿਲਿਟੀ ਮੈਨੇ ਚੈੱਕ ਦੁਆਰਾ ਪੇ ਕੀਤੀ, ਉਹ ਆਪਾਂ ਉਰੇ ਰੱਖਦੇ ਹੁੰਦੇ ਸੀ। ਅਤੇ ਜੇ ਕੋਈ ਪੇਮੈਂਟ ਕਰਦੇ ਸੀ ਆਪਾਂ ਕ੍ਰੈਡਿਟ ਸਾਈਡ 'ਤੇ, ਆਪਾਂ ਚੈੱਕ ਪੇ ਕੀਤਾ ਉਹਦੀ ਗੱਲ ਕਰਦੇ ਹੁੰਦੇ ਸੀ, ਉਹ ਉਰੇ ਪੇਮੈਂਟ ਕਰਦੇ ਹੁੰਦੇ ਸੀ ਆਪਾਂ, ਹੈ ਨਾ। ਅਤੇ ਜਿਹੜਾ ਕੈਸ਼ ਬੁੱਕ ਹੁੰਦਾ ਸੀ, ਹੁਣ ਆਪਾਂ ਬੈਂਕ 'ਚ ਆਪਾਂ ਇਹ ਕਹਿੰਦੇ ਹਾਂ ਕਿ ਆਪਾਂ ਨੇ ਚੈੱਕ ਪੇ ਕੀਤਾ। ਹੁਣ ਬੈਂਕ ਵਿੱਚ ਆਪਣਾ ਇੱਕ ਸਟੇਟਮੈਂਟ ਬਣਾਉਂਦਾ ਜਿਸਦਾ ਨਾਮ ਹੁੰਦਾ ਪਾਸਬੁੱਕ। ਪਾਸਬੁੱਕ ਤੁਸੀਂ ਹਰੇਕ ਜਿਸਦਾ ਬੈਂਕ ਅਕਾਊਂਟ ਹੁੰਦਾ ਉਸ ਕੋਲ ਪਾਸਬੁੱਕ ਤਾਂ ਹੋਏਗਾ, ਜਿਸ 'ਚ ਉਹਦੀਆਂ ਐਂਟਰੀਆਂ ਹੁੰਦੀਆਂ ਸਾਰੀਆਂ ਕਿ ਮੇਰੇ ਕੋਲ ਕਿੰਨਾ ਪੈਸਾ ਪਿਆ, ਮੈਨੂੰ ਉਹ 'ਚੋਂ ਕਿੰਨਾ ਕਢਾਇਆ। ਠੀਕ ਹੈ ਨਾ। ਅਤੇ ਇਹ ਤਾਂ ਹੋ ਸਕਦਾ ਹੈ ਕਿ ਜੋ ਆਪਾਂ ਕੈਸ਼ ਬੁੱਕ 'ਚ ਜਿਹੜੀਆਂ ਐਂਟਰੀਆਂ ਪਾ ਰਹੇ ਹਾਂ, ਕਈ ਵਾਰੀ ਬੈਂਕ ਨਾਲ ਨਾ ਮਿਲਣ, ਬੈਂਕ ਦੀ ਪਾਸਬੁੱਕ ਨਾਲ ਨਾ ਮਿਲਣ। ਕੋਈ ਐਂਟਰੀ ਐਸੀ ਹੁੰਦੀ ਹੈ ਕਿ ਜੋ ਅਸੀਂ ਤਾਂ ਪਾਤੀ ਮਗਰ ਉਹਨਾਂ ਨੇ ਨਹੀਂ ਪਾਈ। ਠੀਕ ਹੈ। ਅਤੇ ਕਈ ਵਾਰੀ ਕੀ ਹੁੰਦਾ ਕਿ ਜਿਹੜਾ ਬੈਂਕ ਕਈ ਵਾਰੀ ਕੋਈ ਚਾਰਜ, ਸਰਵਿਸ ਚਾਰਜ ਦੀ ਐਂਟਰੀ ਪਾ ਦਿੰਦਾ ਅਤੇ ਅਸੀਂ ਆਪਣੀ ਕੈਸ਼ ਬੁੱਕ 'ਚ ਨਹੀਂ ਪਾਈ। ਜਿਹੜੇ ਬਿਜ਼ਨਸਮੈਨ ਹੁੰਦੇ ਨੇ ਜਦੋਂ ਆਪਣੀ ਕੈਸ਼ ਬੁੱਕ ਬਣਾਉਂਦੇ ਨੇ, ਪਾਸਬੁੱਕ ਦੀ ਜਿਹੜੀ ਬੈਂਕ ਦੀ ਜਿਹੜੀ ਐਂਟਰੀਆਂ ਹੁੰਦੀਆਂ ਨੇ, ਆਪਣੀ ਜਿਹੜੀ ਕੈਸ਼ ਬੁੱਕ ਨੇ ਡਬਲ ਕਾਲਮ ਕੈਸ਼ ਬੁੱਕ 'ਚ ਕਰਦੇ ਨੇ, ਉਹ 'ਚ ਸਾਰੀਆਂ ਐਂਟਰੀਆਂ ਪਾਉਂਦੇ ਨੇ। ਠੀਕ ਹੈ ਨਾ। ਅਤੇ ਮਗਰ ਕੈਸ਼ ਬੁੱਕ ਵਾਲਿਆਂ ਨੂੰ ਥੋੜ੍ਹਾ ਪਤਾ ਕਿ ਬੈਂਕ ਨੇ ਉਹ ਸੇਮ ਐਂਟਰੀ ਉਹ ਤਾਂ ਇਹ ਮੰਨ ਕੇ ਚੱਲ ਰਿਹਾ ਕਿ ਉਹ ਸੇਮ ਐਂਟਰੀ ਬੈਂਕ ਵੀ ਪਾ ਰਹੇ। ਕਈ ਵਾਰੀ ਕੀ ਹੁੰਦਾ ਬੈਂਕ ਨੇ ਨਹੀਂ ਪਾਈ ਹੁੰਦੀ ਐਂਟਰੀ, ਬੈਂਕ ਨੇ ਸਾਡੀ ਪਾਸਬੁੱਕ ਵਿੱਚ ਉਹ ਰਿਕਾਰਡ ਨਹੀਂ ਕੀਤੀ ਹੁੰਦੀ ਐਂਟਰੀ। ਇੱਕ ਜਿਹੜੀ ਸਟੇਟਮੈਂਟ ਹੈ ਬੈਂਕ ਦੀ, ਜਿਹੜੀ ਕਸਟਮਰ ਦੀ ਸਟੇਟਮੈਂਟ ਹੈ, ਉਸ ਵਿੱਚ ਉਹ ਰਿਕਾਰਡ ਕਈ ਵਾਰੀ ਨਹੀਂ ਕਰਦਾ। ਜਿਵੇਂ ਸਪੋਜ਼ ਕਰੋ ਅਸੀਂ ਉਰੋਂ ਚੈੱਕ ਡਿਪੋਜ਼ਿਟ ਕਰਾਇਆ, ਬਟ ਉੱਥੇ ਜਦੋਂ ਆਪਾਂ ਚੈੱਕ ਡਿਪੋਜ਼ਿਟ ਨਾਲ ਦੀ ਨਾਲ ਥੋੜ੍ਹਾ ਕਲੀਅਰ ਹੋ ਜਾਂਦਾ। ਆਪਾਂ ਨਾ ਉਰੇ ਵੱਲੋਂ ਤਾਂ ਅਸੀਂ ਪੇਮੈਂਟ ਕੱਟਤੀ, ਮਤਲਬ ਕਿ ਮੈਨੇ ਚੈੱਕ, ਮਤਲਬ ਕਿ ਉਰੋਂ ਤਾਂ ਮੈਨੇ ਆਪਣੀ ਪੇਮੈਂਟ, ਮਤਲਬ ਚੈੱਕ ਡਿਪੋਜ਼ਿਟ ਹੋਇਆ, ਇਸ ਦਾ ਮਤਲਬ ਮੈਨੂੰ ਪੈਸੇ ਆਉਣਗੇ, ਅਤੇ ਮਤਲਬ ਮੈਂ ਉਰੇ ਤਾਂ ਆਪਣਾ ਪਲੱਸ ਕਰਤਾ, ਬਟ ਉੱਥੇ ਜਾ ਕੇ ਬੈਂਕ 'ਚ ਹਾਲੇ ਕਲੀਅਰ ਨਹੀਂ ਹੋਇਆ, ਮੇਰੇ ਵੱਲੋਂ ਪਲੱਸ ਹੋ ਗਿਆ, ਤਾਂ ਉਹ ਉੱਥੇ ਬੈਲੈਂਸ 'ਚ ਫਰਕ ਪੈ ਜਾਂਦਾ ਕਿ ਮੇਰਾ ਬੈਂਕ ਬੈਲੈਂਸ ਜਿਹੜਾ ਹੈ ਕੈਸ਼ ਬੁੱਕ ਦੁਆਰਾ ਉਹ ਤਾਂ ਕੁਝ ਹੋਰ ਦਿਖਾ ਰਿਹਾ, ਮਗਰ ਜਿਹੜੀ ਪਾਸਬੁੱਕ ਦਾ ਬੈਲੈਂਸ ਹੈ ਉਹ ਕੁਝ ਹੋਰ ਦਿਖਾ ਰਿਹਾ। ਠੀਕ ਹੈ ਨਾ ਫਰੈਂਡਸ। ਤਾਂ ਇਹਨੂੰ ਕਹਿੰਦੇ ਬੈਂਕ ਰੀਕਨਸਾਈਲੇਸ਼ਨ ਸਟੇਟਮੈਂਟ। ਮਤਲਬ ਕਿ ਮਹੀਨੇ ਦੇ ਅੰਤ ਵਿੱਚ ਇਹ ਸਾਰੀਆਂ ਐਸੀਆਂ ਐਂਟਰੀਆਂ ਢੂੰਡਣੀਆਂ ਜਿਸ ਨਾਲ ਪਤਾ ਲੱਗੇ ਕਿ ਮੇਰਾ ਜਿਹੜਾ ਕੈਸ਼ ਬੁੱਕ ਵਿੱਚ ਬੈਂਕ ਦਾ ਬੈਲੈਂਸ ਹੈ ਅਤੇ ਉਹਦੇ ਨਾਲ ਕਿਉਂ ਨਹੀਂ ਟੈਲੀ ਕਰ ਰਿਹਾ, ਫਿਰ ਟੈਲੀ ਕਰਾਉਣਾ, ਉਸ ਨੂੰ ਕਹਿੰਦੇ ਨੇ ਬੈਂਕ ਰੀਕਨਸਾਈਲੇਸ਼ਨ ਸਟੇਟਮੈਂਟ। ਬੈਂਕ ਤੁਹਾਨੂੰ ਉਹ ਸਾਰੀ ਐਂਟਰੀਆਂ, ਜੇ ਤੁਸੀਂ ਕਿਸੇ ਨੂੰ ਅਕਾਊਂਟੈਂਟ ਨੂੰ ਰੱਖਿਆ ਹੋਏਗਾ, ਉਹ ਕੀ ਕਰੇਗਾ, ਤੁਹਾਡਾ ਕੈਸ਼ ਬੁੱਕ 'ਤੇ ਜਿਹੜਾ ਬੈਂਕ ਬੈਲੈਂਸ ਦੀ ਜਿਹੜੀ ਸਾਰੀ ਐਂਟਰੀ ਹੈ ਉਹ ਅਤੇ ਇੱਕ ਪਾਸਬੁੱਕ ਦੀ ਐਂਟਰੀ ਹੈ, ਬੈਂਕ ਆਪਣੀ ਇੱਕ ਸਟੇਟਮੈਂਟ ਦੇ ਦੇਗਾ ਅਤੇ ਤੁਸੀਂ ਆਪਣੀ ਦੇ ਦਿਓ। ਅਕਾਊਂਟੈਂਟ ਕੀ ਕਰੇਗਾ, ਉਹ ਦੋਨਾਂ ਹੀ ਚੈੱਕ ਕਰੇਗਾ ਅਤੇ ਉਹ ਟਿਕ ਕਰੇਗਾ ਜਿਹੜੀ ਐਂਟਰੀਆਂ ਉਹਨੂੰ ਲੱਗਣਗੀਆਂ ਕਿ ਇਹ ਐਂਟਰੀਆਂ ਤੁਹਾਨੇ ਨਹੀਂ ਪਾਈਆਂ, ਅਤੇ ਜਿਹੜੀਆਂ ਐਂਟਰੀਆਂ ਤੁਹਾਨੇ ਪਾਈਆਂ ਉਹ ਬੈਂਕ ਨੇ ਨਹੀਂ ਪਾਈਆਂ। ਠੀਕ ਹੈ ਨਾ। ਫਿਰ ਉਹ ਇੱਕ ਸਟੇਟਮੈਂਟ ਬਣਾਏਗਾ ਜਿਹੜਾ ਤੁਹਾਨੂੰ ਮੈਂ ਅੱਗੇ ਸਮਝਾਵਾਂਗਾ, ਜਿਸ 'ਚ ਕਿਹੜੀ ਚੀਜ਼ ਆਪਾਂ ਪਲੱਸ ਕਰਾਂਗੇ, ਕਿਹੜੀ ਚੀਜ਼ ਮਾਈਨਸ ਕਰਾਂਗੇ। ਠੀਕ ਹੈ ਨਾ। ਇਹ ਸਾਰੀ ਚੀਜ਼ ਨੂੰ ਕਹਿੰਦੇ ਨੇ ਬੈਂਕ ਰੀਕਨਸਾਈਲੇਸ਼ਨ ਸਟੇਟਮੈਂਟ। ਆਪਣੀ ਐਂਟਰੀਸ ਨੂੰ ਸਹੀ ਕਰਨਾ, ਬੈਲੈਂਸ ਨੂੰ ਮਿਲਾਉਣਾ ਬੈਂਕ ਨਾਲ। ਠੀਕ ਹੈ ਨਾ ਫਰੈਂਡਸ। ਤਾਂ ਉਰੇ ਇਹੀ ਕਹਿਣਾ ਚਾਹ ਰਿਹਾ ਹੋ, ਠੀਕ ਹੈ ਨਾ, ਕਿ ਬੈਲੈਂਸ ਸ਼ੋਨ ਇਨ, ਸੋਰੀ ਕਿੱਧਰ ਆ ਰਿਹਾ, ਉਰੇ ਆ, ਬੈਲੈਂਸ ਸ਼ੋ ਇਨ ਬੈਂਕ ਕਾਲਮ ਆਫ ਕੈਸ਼ ਬੁੱਕ ਐਂਡ ਬੈਂਕ ਪਾਸਬੁੱਕ ਔਨ ਅ ਸਟੇਟਮੈਂਟ ਔਨ ਅ ਪਰਟੀਕੂਲਰ ਡੇਟ। ਠੀਕ ਹੈ ਨਾ। ਉਰੇ ਇਹੀ ਕਹਿਣਾ ਚਾਹ ਰਿਹਾ ਨਾ, ਆਪਾਂ ਮਹੀਨੇ ਦੇ ਅੰਤ 'ਚ ਵੀ ਮਿਲਾ ਸਕਦੇ ਹਾਂ, ਆਪਾਂ ਜਾਂ 6 ਮਹੀਨਿਆਂ ਬਾਅਦ ਵੀ ਮਿਲਾ ਸਕਦੇ ਹਾਂ, ਜਾਂ 3 ਮਹੀਨੇ ਬਾਅਦ ਵੀ ਮਿਲਾ ਸਕਦੇ ਹਾਂ। ਠੀਕ ਹੈ ਫਰੈਂਡਸ। ਹੁਣ ਆਪਾਂ ਅੱਗੇ ਦੇਖਦੇ ਹਾਂ ਕਿ ਬੈਂਕ ਰੀਕਨਸਾਈਲੇਸ਼ਨ ਸਟੇਟਮੈਂਟ ਕਿਵੇਂ ਪ੍ਰੀਪੇਅਰ ਹੁੰਦਾ, ਮਤਲਬ ਕਿ ਕਦੋਂ ਪ੍ਰੀਪੇਅਰ ਕਰਦੇ ਹਾਂ ਆਪਾਂ। ਪੀਰੀਓਡਿਕਲੀ ਵੀ ਹੋ ਸਕਦਾ,
1 ਮਹੀਨੇ ਬਾਅਦ, 2 ਮਹੀਨੇ ਬਾਅਦ। ਪ੍ਰੈਫਰ ਜੇ ਆਪਾਂ ਜ਼ਿਆਦਾਤਰ ਪ੍ਰੈਫਰ ਇਹ ਕੀਤਾ ਜਾਂਦਾ ਕਿ ਇੱਕ ਮੰਥ ਬਾਅਦ ਬਣ ਜਾਂਦਾ, 1 ਮੰਥ ਬਾਅਦ ਬਣ ਜਾਂਦਾ। ਪਰਪਸ ਕੀ ਹੈ? ਰੀਕਨਸਾਈਲ ਕਰਨਾ, ਕਰੈਕਟ ਐਂਟਰੀਆਂ ਪਾਉਣੀਆਂ। ਰੀਕਨਸਾਈਲ ਮਤਲਬ ਕੀ ਹੋ ਗਿਆ ਕਿ ਐਂਟਰੀਆਂ ਜੋ ਮੈंने ਨਹੀਂ ਪਾਈਆਂ, ਜੋ ਮੈंने ਰਿਕਾਰਡ ਨਹੀਂ ਕੀਤਾ, ਮੇਰਾ ਸਿਰਫ ਮੋਟਿਵ ਇਹ ਹੈ ਕਿ ਮੇਰਾ ਬੈਂਕ ਨਾਲ ਬੈਲੈਂਸ ਮਿਲ ਜੇ। ਮੇਰਾ ਮੋਟਿਵ ਇਹ ਨਹੀਂ ਹੈ ਕਿ ਮੈਂ ਤਾਂ ਚੈੱਕ ਆਪਣੇ ਵੱਲੋਂ ਡਿਪੋਜ਼ਿਟ ਕੀਤਾ ਸੀ, ਠੀਕ ਹੈ ਨਾ, ਉਹ ਕਲੀਅਰ ਕਿਉਂ ਨਹੀਂ ਹੋਇਆ, ਮੈਨੂੰ ਪੈਸੇ ਕਿਉਂ ਨਹੀਂ ਆਏ। ਜੇ ਉਹ ਨਹੀਂ ਕਲੀਅਰ ਹੋਇਆ ਤਾਂ ਮੈਨੂੰ ਵੀ ਆਪਣੇ ਉਸ ਵਿੱਚੋਂ ਕੀ ਨਾਮ ਹੈ ਮਾਈਨਸ ਕਰਨਾ ਪਏਗਾ, ਮੈਨੂੰ ਵੀ ਆਪਣੀ ਕੈਸ਼ ਬੁੱਕ 'ਚ ਉਹਨੂੰ ਦਿਖਾਉਣਾ ਪਏਗਾ ਕਿ ਐਂਟਰੀ ਨਹੀਂ ਹੋਈ। ਮੈंने ਸਿਰਫ ਆਪਣਾ ਬੈਲੈਂਸ ਮਿਲਾਉਣਾ ਕੈਸ਼ ਪਾਸਬੁੱਕ ਨਾਲ, ਠੀਕ ਹੈ। ਮੇਰਾ ਮੋਟਿਵ ਇਹ ਹੈ ਰੀਕਨਸਾਈਲ ਕਰਨ ਦਾ, ਠੀਕ ਹੈ ਫਰੈਂਡਸ। ਬਟ ਮਤਲਬ ਕਿ ਇਹਨੂੰ ਕੀ ਕਹਿੰਦੇ ਨੇ, ਡਿਫਰੈਂਸ ਦੇਖਣਾ ਆਪਾਂ ਨੇ, ਠੀਕ ਹੈ। ਕਿਸੇ ਬਿਟਵੀਨ ਵਟ ਕਿਸ ਦੇ ਵਿੱਚ ਕਰਨਾ ਹੁੰਦਾ ਆਪਾਂ ਨੂੰ, ਦਾ ਬੈਲੈਂਸ ਆਫ ਦੀ ਬੈਂਕ ਕੋਲਮ ਆਫ ਕੈਸ਼ ਬੁੱਕ ਐਂਡ ਪਾਸਬੁੱਕ ਬੈਲੈਂਸ ਹੈਜ਼ ਵਿਦ ਅ ਪਾਰਟੀਕੂਲਰ ਡੇਟ, ਠੀਕ ਹੈ ਫਰੈਂਡਸ। ਬੈਲੈਂਸ ਦੇਖਣਾ ਹੁੰਦਾ ਬੈਂਕ ਦਾ, ਬੈਂਕ ਕੋਲਮ ਆਫ ਕੈਸ਼ ਬੁੱਕ, ਜਿਹੜੀ ਮੈਂ ਤੁਹਾਨੂੰ ਕੈਸ਼ ਬੁੱਕ ਜਿਹੜਾ ਇੱਕ ਆਪਣਾ ਓਨਰ ਬਣਾਉਂਦਾ, ਅਤੇ ਇੱਕ ਜੋ ਬੈਂਕ ਬਣਾ ਰਿਹਾ, ਜਿਹੜੀ ਪਾਸਬੁੱਕ ਹੈ ਤੁਹਾਡੀ, ਉਸ ਦੇ ਨਾਲ ਆਪਣਾ ਬੈਲੈਂਸ ਦੇਖਣਾ ਕਿ ਕਿੱਥੇ ਡਿਫਰੈਂਸ ਆ ਰਿਹਾ, ਠੀਕ ਹੈ। ਜੇ ਉਹ ਮੈਚ ਕਰ ਰਿਹਾ ਫਿਰ ਤਾਂ ਵੈਲ ਐਂਡ ਗੁੱਡ ਆ, ਫਿਰ ਤਾਂ ਬੈਂਕ ਰੀਕਨਸਾਈਲੇਸ਼ਨ ਸਟੇਟਮੈਂਟ ਬਣਾਉਣ ਦੀ ਲੋੜ ਨਹੀਂ। ਬੈਂਕ ਦਾ ਬੈਲੈਂਸ ਜਿਹੜਾ ਪਾਸਬੁੱਕ ਦਾ ਹੈ ਅਤੇ ਜਿਹੜਾ ਕੈਸ਼ ਬੁੱਕ ਦਾ, ਜੇ ਮੈਚ ਕਰ ਰਿਹਾ ਫਿਰ ਤਾਂ ਬਣਾਉਣ ਦੀ ਲੋੜ ਨਹੀਂ, ਜੇ ਮੈਚ ਨਹੀਂ ਕਰ ਰਿਹਾ ਫਿਰ ਬਣਾਉਣ ਦੀ ਲੋੜ ਹੈ, ਠੀਕ ਹੈ ਨਾ ਫਰੈਂਡਸ। ਉਸ ਤੋਂ ਅੱਗੇ ਹੁਣ ਇਹਦਾ ਪਰਪਸ ਕੀ ਹੈ? ਪਰਪਸ ਆਪਾਂ ਕਿਉਂ ਬਣਾਉਂਦੇ ਹਾਂ ਆਪਾਂ? ਤਾਂ ਕਿ ਆਪਾਂ ਰੀਕਨਸਾਈਲ ਕਰ ਸਕੀਏ ਬੈਂਕ ਬੈਲੈਂਸ ਅਤੇ ਕੈਸ਼ ਬੁੱਕ ਦਾ, ਠੀਕ ਹੈ। ਅਤੇ ਆਪਾਂ ਐਰਰ ਲੱਭ ਸਕੀਏ, ਕਿੱਥੇ ਮੈंने ਗਲਤੀ ਕੀਤੀ ਹੈ, ਕਿਹੜੀ ਐਂਟਰੀ ਮੈਂ ਨਹੀਂ ਪਾਈ, ਜਾਂ ਕਿੱਥੇ ਕੀ ਚੀਜ਼ ਹੋ ਗਿਆ, ਮਤਲਬ ਕੀ ਹੈਪਨਿੰਗ ਹੋ ਗਈ ਜਿਹਦੇ ਨਾਲ ਮੇਰਾ ਬੈਂਕ ਅਤੇ ਕੈਸ਼ ਦਾ ਬੈਲੈਂਸ ਸਹੀ ਨਹੀਂ ਮਿਲ ਰਿਹਾ, ਠੀਕ ਹੈ ਨਾ। ਆਪਾਂ ਮੰਥਲੀ ਬੇਸਿਸ ਉੱਪਰ ਕਰਦੇ ਹਾਂ, ਠੀਕ ਹੈ। ਸੈਪਰੇਟ BS ਫੋਰ ਈਚ ਬੈਂਕ ਅਕਾਊਂਟ, ਠੀਕ ਹੈ ਨਾ ਫਰੈਂਡਸ। ਸੈਪਰੇਟ BS ਬਣਾਉਂਦੇ ਆਪਾਂ ਈਚ ਬੈਂਕ ਅਕਾਊਂਟ ਦਾ, ਹਰੇਕ ਬੈਂਕ, ਇਹ ਨਹੀਂ ਆਪਾਂ ਇਕੱਠਾ ਬਣਾਉਂਦੇ ਹਾਂ। ਕੋਈ ਵੀ ਬੈਂਕ, SBI ਦਾ ਬੈਂਕ ਹੈ ਉਹਦਾ ਆਪਾਂ ਅਲੱਗ ਬਣਾਵਾਂਗੇ, ਜੇ ਸਾਡੇ 2-3 ਖਾਤੇ ਹਨ, ਓਨਰ ਦੇ 2-3 ਖਾਤੇ ਹੈ ਤਾਂ ਉਹ ਅਲੱਗ ਬਣਾਏਗਾ, ਠੀਕ ਹੈ ਫਰੈਂਡਸ। BRS ਸ਼ੁੱਡ ਬੀ ਰਿਵਿਊਡ ਐਂਡ ਸਾਈਨਡ ਬਾਈ ਦਾ CDPO ਔਰ DPO। ਇਹ ਇੱਕ ਜਿਹੜਾ ਇੱਕ ਫਾਰਮੈਲਿਟੀ ਉਹਨੂੰ ਸਾਈਨ ਕਰਨੀ ਪੈਂਦੀ ਹੈ, ਜਾਂ CDPO ਨੂੰ ਕਰਨੀ ਪੈਂਦੀ ਹੈ, DPO ਨੂੰ ਕਰਨੀ ਪੈਂਦੀ ਹੈ, ਠੀਕ ਹੈ, ਠੀਕ ਹੈ ਫਰੈਂਡਸ। ਤਾਂ ਆਪਾਂ ਅੱਗੇ ਦੇਖਦੇ ਹਾਂ, ਤਾਂ ਰੀਜ਼ਨਸ ਕਿਹੜੇ ਰੀਜ਼ਨਸ ਹੋ ਸਕਦੇ ਆ। ਪਰਪਸ ਪਤਾ ਲੱਗ ਗਿਆ ਸਾਨੂੰ, ਰੀਜ਼ਨਸ ਕਿਹੜੇ ਹੋ ਸਕਦੇ ਆ। ਕੈਸ਼ ਬੁੱਕ ਅਤੇ ਬੈਲੈਂਸ ਵਿੱਚ ਕਿਉਂ ਫਰਕ ਆ ਸਕਦਾ, ਮਤਲਬ ਕਿ ਆਪਾਂ ਇਹ ਦੇਖਾਂਗੇ ਹੁਣ ਕਿ ਇਹ ਆਪਾਂ ਨੂੰ ਰੀਜ਼ਨ ਇਹ ਪਤਾ ਲੱਗਣਗੇ ਕਿ ਸਾਡਾ ਫਰਕ ਕਿਉਂ ਆ ਰਿਹਾ ਆਪਣੀ ਕੈਸ਼ ਬੁੱਕ ਦੇ ਬੈਂਕ ਦਾ ਅਤੇ ਪਾਸਬੁੱਕ ਦੀ ਬੈਂਕ ਦੇ ਬੈਲੈਂਸ ਦਾ। ਪਾਸਬੁੱਕ ਦਾ ਬੈਲੈਂਸ ਜਿਹੜਾ ਅਤੇ ਆਪਣੀ ਕੈਸ਼ ਬੁੱਕ ਦੇ ਬੈਲੈਂਸ ਜਿਹੜਾ ਫਰਕ ਕਿਉਂ ਆ ਰਿਹਾ ਉਹ ਦੇਖਣਾ। ਪਹਿਲਾ ਹੈਗਾ ਅਨਕ੍ਰੈਡਿਟਡ ਆਈਟਮਸ, ਦੇ ਆਰ ਡਿਪੋਜ਼ਿਟ ਪੇਡ ਇਨਟੂ ਬੈਂਕ। ਆਪਾਂ ਨੇ ਤਾਂ ਡਿਪੋਜ਼ਿਟ ਕਰਤਾ, ਠੀਕ ਹੈ, ਮਗਰ ਬੈਂਕ ਨੇ ਕ੍ਰੈਡਿਟ ਨਹੀਂ ਕੀਤਾ, ਠੀਕ ਹੈ। ਆਈਟਮਸ ਅਕਰਡ ਡਿਊ ਟੂ ਕਲੋਜ਼ ਟੂ ਦਾ ਕੱਟ ਆਫ ਡੇਟ ਆਫ ਦੀ ਬੈਂਕ ਸਟੇਟਮੈਂਟ, ਸੋ ਡੂ ਨਾਟ ਅਪੀਅਰ ਔਨ ਦਾ ਸਟੇਟਮੈਂਟ, ਦੇ ਵਿਲ ਅਪੀਅਰ ਔਨ ਦਾ ਨੈਕਸਟ ਸਟੇਟਮੈਂਟ, ਠੀਕ ਹੈ। ਕੋਈ ਕਲੋਜ਼ ਐਂਟਰੀ ਹੁੰਦੀ ਹੈ, ਸਪੋਜ਼ ਕਰੋ ਮੈंने ਆਪਣੀ ਮਹੀਨੇ ਵਿੱਚ ਸਪੋਜ਼ ਕਰੋ ਮੈंने 29 ਜਾਂ 30 ਜਨ ਨੂੰ ਬਣਾਈ, ਮੈंने ਇੱਕ ਐਂਟਰੀ ਕੀਤੀ, ਮੈਂ ਡਿਪੋਜ਼ਿਟ ਕਰਾ ਕੇ ਆਇਆ, ਪੈਸੇ ਜਮ੍ਹਾਂ ਕਰਾ ਕੇ ਆਇਆ, ਮਗਰ ਉਹ ਉਹਨਾਂ ਦੀ ਕਲੋਜ਼ਿੰਗ ਸੀ ਅਤੇ ਉਹਨਾਂ ਨੇ ਨੈਕਸਟ ਮੰਥ ਦੇ ਵਿੱਚ ਜਾ ਕੇ ਉਹਨਾਂ ਨੇ ਉਹਨੂੰ ਕਲੀਅਰ ਕੀਤਾ, ਤਾਂ ਮੇਰੇ ਮੰਥ ਵਿੱਚ ਉਹ ਐਂਟਰੀ ਨਹੀਂ ਆ ਰਹੀ। ਤਾਂ ਮੈਨੂੰ ਪਤਾ ਲੱਗਿਆ ਹਾਏ ਮੇਰਾ ਤਾਂ ਬੈਲੈਂਸ ਨਹੀਂ ਮਿਲ ਰਿਹਾ, ਬੈਂਕ ਨਾਲ ਮੇਰਾ ਬੈਲੈਂਸ ਨਹੀਂ ਮਿਲ ਰਿਹਾ। ਤਾਂ ਉਹ ਚੀਜ਼ ਪਤਾ ਕਰਨੀ ਕਿਉਂ ਨਹੀਂ ਮਿਲ ਰਿਹਾ, ਕਿਉਂਕਿ ਬੈਂਕ ਨੇ ਅਗਲੇ 'ਚ ਦਿਖਾਤਾ, ਉਸਨੂੰ ਅਗਲੇ ਮਹੀਨੇ ਵਿੱਚ ਦਿਖਾਤਾ, ਠੀਕ ਹੈ। ਅਨਕ੍ਰੈਡਿਟਡ ਆਈਟਮਸ ਜਿਹੜੀ ਬੈਂਕ ਨੇ ਨਾ ਕ੍ਰੈਡਿਟ ਕੀਤੀ ਹੋਵੇ। ਕਈ ਵਾਰੀ ਕੀ ਹੁੰਦਾ, ਬੈਂਕ ਨੇ ਕ੍ਰੈਡਿਟ ਕੀਤੀ ਹੁੰਦੀ ਹੈ ਅਤੇ ਸਾਨੇ ਆਪਣੀ ਡੈਬਿਟ ਨਹੀਂ ਕੀਤੀ ਹੁੰਦੀ, ਠੀਕ ਹੈ ਨਾ। ਉਹ ਤੁਹਾਨੂੰ ਮੈਂ ਅੱਗੇ ਦੱਸਾਂ ਕਿ ਬੈਂਕ ਕਿਉਂ ਕ੍ਰੈਡਿਟ ਕਰਦਾ ਹੈ ਅਤੇ ਅਸੀਂ ਡੈਬਿਟ ਕਿਉਂ ਕਰਦੇ ਹੁੰਦੇ ਹਾਂ। ਜੇ ਸਾਡੇ ਕੋਲ ਪੈਸਾ ਆਉਂਦਾ ਅਸੀਂ ਡੈਬਿਟ ਕਰਦੇ ਹਾਂ ਨਾ, ਕੈਸ਼ ਬੁੱਕ 'ਚ ਆਪਾਂ ਤੁਹਾਨੂੰ ਦੱਸਿਆ ਸੀ, ਕੈਸ਼ ਬੁੱਕ 'ਚ ਦੱਸਿਆ ਸੀ ਨਾ ਤੁਹਾਨੂੰ, ਆਹ ਦੇਖੋ ਕੈਸ਼ ਬੁੱਕ 'ਚ ਦੱਸਿਆ ਸੀ, ਇਹ ਡੈਬਿਟ ਸਾਈਡ ਆ, ਉਰੇ ਆਪਾਂ ਪੇਮੈਂਟ, ਉਰੇ ਸਾਡੇ ਕੋਲ ਕੈਸ਼ ਆਉਂਦਾ ਪਲੱਸ ਕਰਦੇ ਹਾਂ, ਉਰੇ ਮਾਈਨਸ ਕਰਦੇ ਹਾਂ, ਠੀਕ ਹੈ ਨਾ। ਇਹ ਡੈਬਿਟ ਹੁੰਦਾ ਤਾਂ ਪਲੱਸ ਹੁੰਦਾ, ਕ੍ਰੈਡਿਟ ਹੁੰਦਾ ਤਾਂ ਮਾਈਨਸ ਹੁੰਦਾ। ਮਗਰ ਬੈਂਕ ਉਲਟਾ ਕਰਦਾ, ਜੇ ਬੈਂਕ ਕੋਲ ਆਪਾਂ ਜਮ੍ਹਾਂ ਕਰਾਉਣ ਜਾਂਦੇ ਹਾਂ ਤਾਂ ਬੈਂਕ ਲਈ ਇਹ ਪਲੱਸ ਹੈ ਕ੍ਰੈਡਿਟ, ਅਤੇ ਜਦੋਂ ਆਪਾਂ ਕਢਾਉਂਦੇ ਹਾਂ ਤਾਂ ਉਹਦੇ ਲਈ ਉਹ ਮਾਈਨਸ ਹੈ। ਧਿਆਨ ਨਾਲ ਦੇਖਿਓ ਕਦੀ ਪਾਸਬੁੱਕ ਜਦੋਂ ਡੈਬਿਟ ਹੋ ਰਿਹਾ ਹੁੰਦਾ ਤਾਂ ਅਸੀਂ ਪੈਸੇ ਕਢਾ ਰਹੇ ਹੁੰਦੇ ਹਾਂ, ਜੇ ਅਸੀਂ ਕੁਝ ਜਮ੍ਹਾਂ ਕਰਾ ਰਹੇ ਹੁੰਦੇ ਹਾਂ ਉਹਦੇ ਲਈ ਉਹ ਕ੍ਰੈਡਿਟ ਹੁੰਦਾ, ਕਿਉਂਕਿ ਉਹਨੇ ਲਾਇਬਿਲਿਟੀ ਹੈ ਉਹਦੇ ਲਈ, ਠੀਕ ਹੈ ਨਾ। ਉਹਨੇ ਪੇ ਕਰਨੀ ਹੈ, ਬੈਂਕ ਲਈ ਤਾਂ ਪੇ ਕਰਨੀ ਹੈ ਉਸਨੇ। ਤੁਸੀਂ ਕੁਛ ਪੈਸਾ ਜਮ੍ਹਾਂ ਕਰਾਉਣ ਜਾ ਰਹੇ ਹੋ, ਬੈਂਕ ਦੀ ਤਾਂ ਲਾਇਬਿਲਿਟੀ ਹੋ ਗਈ ਨਾ, ਬੈਂਕ ਨੇ ਤਾਂ ਪੇ ਕਰਨੀ ਹੈ ਉਹ, ਤਾਂ ਉਹ ਪੇ ਕਰੇਗਾ ਉਹ, ਠੀਕ ਹੈ ਨਾ ਫਰੈਂਡਸ। ਸਾਡੇ ਕੋਲ ਪੈਸਾ ਆ ਰਿਹਾ ਅਸੀਂ ਡੈਬਿਟ ਕਰਾਂਗੇ, ਠੀਕ ਹੈ, ਉਹ ਓਪੋਜ਼ਿਟ ਐਂਟਰੀ ਹੋਏਗੀ। ਮਤਲਬ ਕਿ ਜੇ ਸਾਡੇ ਕੋਲ ਪੈਸਾ ਆ ਰਿਹਾ ਅਸੀਂ ਡੈਬਿਟ ਕਰਦੇ ਹਾਂ, ਬੈਂਕ ਉਸ ਚੀਜ਼ ਨੂੰ ਕ੍ਰੈਡਿਟ ਕਰਦਾ। ਜੇ ਬੈਂਕ ਕੋਲ ਜਮ੍ਹਾਂ ਕੀਤਾ ਆਪਾਂ ਉਰੇ ਬੈਂਕ ਹੈ ਨਾ, ਬੈਂਕ ਉਰੇ ਆਪਾਂ ਡਬਲ ਕੋਲਮ ਬਣਾਇਆ ਤਾਂ ਸਾਡੇ ਕੋਲ ਪੈਸਾ ਆਇਆ ਬੈਂਕ ਦੁਆਰਾ, ਮਤਲਬ ਕਿ ਸਾਡੇ ਕੋਲ ਚੈੱਕ ਆਇਆ ਕੋਈ,
ठीक है, चैक की पेमेंट आई है, ਅਸੀਂ ਉਰੇ ਪਲੱਸ ਕਰਾਂਗੇ। ਬੈਂਕ ਉਹ ਕ੍ਰੈਡਿਟ ਸਾਈਡ ਤੇ ਦਿਖਾਏਗਾ ਕਿ ਹਾਂ ਮੇਰੇ ਇੰਨਾ ਕ੍ਰੈਡਿਟ ਹੈ ਤੁਹਾਡੇ ਕੋਲ, ਤੁਹਾਡੇ ਇੰਨਾ ਕ੍ਰੈਡਿਟ ਹੈ, ਮੈंने ਇੰਨਾ ਪੈਸਾ ਤੁਹਾਨੂੰ ਦੇਣਾ ਵਾਪਸ। ਕਿਉਂਕਿ ਬੈਂਕ ਲਈ ਤਾਂ ਜਿਹੜਾ ਤੁਸੀਂ ਪੈਸਾ ਜਮ੍ਹਾਂ ਕਰਾ ਰਹੇ ਹੋ ਇੱਕ ਨਾ ਇੱਕ ਦਿਨ ਤਾਂ ਤੁਸੀਂ ਕਢਾਓਗੇ ਹੀ ਨਾ, ਉਹਦੇ ਲਈ ਉਹ ਕ੍ਰੈਡਿਟ ਹੈ। ਠੀਕ ਹੈ, ਜਦੋਂ ਕਢਾਓਗੇ ਫਿਰ ਉਹ ਚੀਜ਼ ਉਹਨੂੰ ਡੈਬਿਟ ਕਰ ਦੇਗਾ, ਉਲਟੀ ਐਂਟਰੀ ਪਏਗੀ। ਠੀਕ ਹੈ ਫਰੈਂਡਸ, ਠੀਕ ਹੈ ਫਰੈਂਡਸ। ਅੱਗੇ ਆਪਾਂ ਦੇਖਾਂਗੇ ਅਨਕ੍ਰੈਡਿਟਡ ਆਈਟਮਸ ਦੇਖ ਲਈਆਂ ਆਪਾਂ ਨੇ। ਅੱਗੇ ਆਪਾਂ ਦੇਖਾਂਗੇ ਅਨਪ੍ਰੈਜ਼ੈਂਟਡ ਚੈੱਕਸ, ਜਿਹੜੇ ਪ੍ਰੈਜ਼ੈਂਟ ਨਹੀਂ ਹੋਏ ਹੁੰਦੇ ਚੈੱਕਸ, ਜਿਹੜੇ ਪ੍ਰੈਜ਼ੈਂਟ ਨਹੀਂ ਹੋਏ ਹੁੰਦੇ ਚੈੱਕਸ। ਦੇ ਆਰ ਚੈੱਕਸ ਇਸ਼ੂਡ ਬਾਏ ਦ ਆਫਿਸ ਡੈਟ ਹੈਵ ਨੋ ਯੈਟ ਬੀਨ ਪ੍ਰੈਜ਼ੈਂਟਡ ਟੂ ਇਟਸ ਬੈਂਕਸ ਫॉर ਪੇਮੈਂਟ। ਆਪਾਂ ਨੇ ਚੈੱਕ ਇਸ਼ੂ ਕਰਤਾ, ਠੀਕ ਹੈ, ਮੈਨੇ ਕਿਸੇ ਪਾਰਟੀ ਦੇ ਨਾਮ ਤੇ ਚੈੱਕ ਇਸ਼ੂ ਕਰਤਾ, ਬਟ ਉਹ ਚੈੱਕ ਕਲੀਅਰ ਨਹੀਂ ਹੋਇਆ, ਮੇਰੇ ਵੱਲੋਂ ਤਾਂ ਪੇਮੈਂਟ ਚੱਲੀ ਗਈ, ਮੈਨੇ ਤਾਂ ਮਾਈਨਸ ਕਰਤਾ। ਮੈਨੇ ਤਾਂ ਆਪਣੀ ਕੈਸ਼ ਬੁੱਕ ਵਿੱਚ ਆ ਮੈਂ ਤੁਹਾਨੂੰ ਦੱਸਾਂ, ਮੈਂ ਆਪਣੀ ਕੈਸ਼ ਬੁੱਕ ਵਿੱਚ ਜਿਵੇਂ ਇਹ ਡੈਬਿਟ ਸਾਈਡ ਹੈ, ਮੈਨੂੰ ਕ੍ਰੈਡਿਟ ਸਾਈਡ ਮੈਨੂੰ ਮਾਈਨਸ ਕੀਤਾ, ਤਾਂ ਮੈਨੇ ਉਰੇ ਆਪਣੇ ਬੈਂਕ ਕੋਲਮ ਵਿੱਚ ਦਿਖਾਤਾ ਇੱਕ ਟੂ ਬਾਏ ਏ ਪਾਰਟੀ, ਕੋਈ ਵੀ ਪਾਰਟੀ, ਤਾਂ ਉਰੇ ਮੈਨੇ ਮਾਈਨਸ ਦਿਖਾਤਾ, ਬਟ ਬੈਂਕ ਨੇ ਹਲੇ ਕਲੀਅਰ ਨਹੀਂ ਕੀਤਾ, ਤਾਂ ਫਰਕ ਪੈ ਗਿਆ ਨਾ, ਮੇਰੀ ਬੈਲੈਂਸ ਵਿੱਚੋਂ ਫਰਕ ਪੈ ਗਿਆ। ਠੀਕ ਹੈ ਨਾ, ਉਹ ਕਰਨ ਲਈ ਸਾਨੂੰ ਪਤਾ ਲੱਗਦਾ ਹੈ, ਫਿਰ ਅਸੀਂ ਮਤਲਬ ਕਿ ਇਹ ਇੱਕ ਰੀਜ਼ਨ ਹੈ ਜਿਹਦੇ ਨਾਲ ਅਸੀਂ ਰੀਕਨਸਾਈਲ ਕਰਦੇ ਹਾਂ। ਠੀਕ ਹੈ ਨਾ, ਰੀਕਨਸਾਈਲ ਤੁਹਾਨੂੰ ਮੈਂ ਅੱਗੇ ਦੱਸਾਂਗਾ ਉਸ 'ਚ ਆਪਾਂ ਕਿਵੇਂ ਕਰਦੇ ਹਾਂ, ਕਿਹੜੀ ਚੀਜ਼ ਐਡ ਕਰਦੇ ਹਾਂ, ਕਿਹੜੀ ਚੀਜ਼ ਮਾਈਨਸ ਕਰਦੇ ਹਾਂ। ਫਿਲਹਾਲ ਤੁਸੀਂ ਰੀਜ਼ਨ ਦੇਖੋ ਕਿਹਦੇ ਕਰਕੇ ਆਪਾਂ ਅਸੀਂ ਬੈਂਕ ਰੀਕਨਸਾਈਲੇਸ਼ਨ ਸਟੇਟਮੈਂਟ ਬਣਾਉਂਦੇ ਹਾਂ। ਸਟੈਂਡਿੰਗ ਆਰਡਰਸ, ਸਟੈਂਡਿੰਗ ਆਰਡਰ ਮਤਲਬ ਦੇ ਆਰ ਸਟੈਂਡਿੰਗ ਇੰਸਟਰਕਸ਼ਨਸ ਫਰੋਮ ਦੀ ਆਫਿਸ ਨੇ ਕੁਛ ਇੰਸਟਰਕਸ਼ਨ ਦਿੱਤੀਆਂ ਹੋਈਆਂ ਕਿ ਤੁਸੀਂ ਬੈਂਕ ਤੋਂ ਇਹ ਪੇਮੈਂਟ ਤੁਸੀਂ ਹੀ ਕਰੋਗੇ। ਕੋਈ ਵੀ ਚਾਰਜਿਸ ਹੋ ਸਕਦੇ ਆ, ਕਿਸੇ ਵੀ ਨੇਚਰ ਦੇ ਕੁਝ ਵੀ ਚਾਰਜਿਸ ਹੋ ਸਕਦੇ ਆ। ਕੋਈ ਪਹਿਲੀ ਇੱਕ ਗੱਲਬਾਤ ਹੋ ਚੁੱਕੀ ਹੁੰਦੀ ਹੈ ਕਿ ਬੈਂਕ ਤੁਸੀਂ ਇਹਦੀ ਪੇਮੈਂਟ ਤੁਸੀਂ ਹੀ ਕਰੋਗੇ। ਠੀਕ ਹੈ, ਡਾਇਰੈਕਟ ਡੈਬਿਟਸ ਕੁਛ ਐਸੀ ਪੇਮੈਂਟ ਹੈ ਜੋ ਬੈਂਕ ਦੁਆਰਾ ਹੀ ਦਿੱਤੀ ਜਾ ਰਹੀਆਂ ਨੇ। ਠੀਕ ਹੈ ਨਾ, ਬੈਂਕ ਚਾਰਜਿਸ ਤਾਂ ਬੈਂਕ ਨੂੰ ਹੀ ਪਤਾ, ਕੈਸ਼ ਬੁੱਕ ਵਾਲਿਆਂ ਨੂੰ ਥੋੜ੍ਹਾ ਪਤਾ। ਜਦੋਂ ਕੈਸ਼ ਬੁੱਕ ਕੋਲ ਪਾਸਬੁੱਕ ਆਏਗੀ ਤਦ ਉਹਨੂੰ ਪਤਾ ਲੱਗੇਗਾ, ਜਦ ਤੱਕ ਨਹੀਂ ਆ ਰਹੀ ਤਦ ਤੱਕ ਤਾਂ ਬੈਲੈਂਸ ਸਹੀ ਨਹੀਂ ਮਿਲ ਰਿਹਾ। ਉਸ ਕਰਕੇ ਵੀ ਅਸਾਂ ਬੈਂਕ ਰੀਕਨਸਾਈਲੇਸ਼ਨ ਸਟੇਟਮੈਂਟ ਬਣਾਉਂਦੇ ਹਾਂ। ਠੀਕ ਹੈ ਨਾ ਫਰੈਂਡਸ, ਹੁਣ 3 ਸਟੈਪ ਹੁੰਦੇ ਆ ਜਦੋਂ ਆਪਾਂ ਡਰੋ ਕਰਨੇ ਆ ਬੈਂਕ ਰੀਕਨਸਾਈਲੇਸ਼ਨ ਸਟੇਟਮੈਂਟ। ਪਹਿਲਾਂ ਤਾਂ ਆਪਾਂ ਚੈੱਕ ਕਰਾਂਗੇ, ਬੈਂਕ ਸਟੇਟਮੈਂਟ ਚੈੱਕ ਕਰਾਂਗੇ ਅਤੇ ਕੈਸ਼ ਬੁੱਕ ਦੀ ਚੈੱਕ ਕਰਾਂਗੇ, ਅਤੇ ਆਇਡੈਂਟੀਫਾਈ ਕਰਾਂਗੇ ਕਿਹੜੀ ਐਂਟਰੀਆਂ ਅਸੀਂ ਨਹੀਂ ਪਾਈਆਂ। ਓਮਿਟਡ ਮਤਲਬ ਭੁੱਲ ਗਏ ਪਾਣੀ। ਠੀਕ ਹੈ ਨਾ, ਮਤਲਬ ਕਿ ਕੋਈ ਗਲਤ ਪੈ ਗਈ ਜਾਂ ਕੁਛ ਭੁੱਲ ਗਏ, ਮਤਲਬ ਕਿ ਸਾਡੇ ਵੱਲੋਂ ਤਾਂ ਕਲੀਅਰ ਹੋ ਗਿਆ। ਕੋਈ ਬੈਂਕ ਚਾਰਜਿਸ ਸੀ, ਬੈਂਕ ਨੇ ਪਾ ਤੇ ਅਸੀਂ ਨਹੀਂ ਪਾਏ, ਉਹ ਪਾ ਲਈ ਐਂਟਰੀ। ਠੀਕ ਹੈ ਨਾ, ਓਮਿਸ਼ਨ ਹੋ ਜਾਣਾ, ਓਮਿਟਡ ਹੋ ਜਾਣਾ। ਠੀਕ ਹੈ, ਦੂਜੀ ਐਂਟਰੀ ਹੈ ਅਪਡੇਟ ਦੀ ਕੈਸ਼ ਬੁੱਕ ਵਿਦ ਐਨੀ ਓਮਿਸ਼ਨ ਐਂਡ ਐਰਰਸ ਮੇਡ ਬਾਏ ਦਾ ਫਰਮ ਇਟਸੈਲਫ। ਅਪਡੇਟ ਕਰਨੀਆਂ ਐਂਟਰੀਆਂ ਕੈਸ਼ ਬੁੱਕ 'ਚ, ਅਪਡੇਟ ਕਰਨੀਆਂ ਕੋਈ ਵੀ ਐਨੀਮੇਸ਼ਨ, ਕੋਈ ਵੀ ਐਂਟਰੀ ਅਸੀਂ ਭੁੱਲ ਗਏ ਜਾਂ ਕੋਈ ਐਰਰ ਹੋ ਗਿਆ ਸਾਡੇ ਤੋਂ, ਉਹ ਐਂਟਰੀ ਪਾਣੀ। ਐਗਜ਼ਾਮਪਲ ਹੈ ਕ੍ਰੈਡਿਟ ਟ੍ਰਾਂਸਫਰਸ, ਡੈਬਿਟ ਕੈਸ਼ ਬੁੱਕ, ਬੈਂਕ ਇੰਟਰਸਟ, ਡੈਬਿਟ ਕੈਸ਼ ਬੁੱਕ, ਆਪਾਂ ਡੈਬਿਟ ਕਰਾਂਗੇ ਕੈਸ਼ ਬੁੱਕ 'ਚ। ਕੋਈ ਕ੍ਰੈਡਿਟ ਟ੍ਰਾਂਸਫਰ ਹੋਇਆ ਡੈਬਿਟ ਕਰਾਂਗੇ। ਠੀਕ ਹੈ, ਸਟੈਂਡਿੰਗ ਆਰਡਰਸ ਹੈ, ਡਾਇਰੈਕਟ ਡੈਬਿਟ ਹੋ ਗਏ, ਕ੍ਰੈਡਿਟ ਕਰਾਂਗੇ ਕੈਸ਼ ਬੁੱਕ 'ਚ। ਕੈਸ਼ ਬੁੱਕ 'ਚ ਸਾਡੇ ਕੋਲ ਪੇਮੈਂਟ ਗਈ ਹੈ, ਬੈਂਕ ਚਾਰਜਿਸ ਹੈ। ਠੀਕ ਹੈ, ਬੈਂਕ ਨੇ ਤਾਂ ਪੇ ਕਰਤੀਆਂ, ਠੀਕ ਹੈ, ਉਹਨੇ ਤਾਂ ਡੈਬਿਟ ਕਰਤਾ, ਮਗਰ ਅਸੀਂ ਕ੍ਰੈਡਿਟ ਕਰਾਂਗੇ ਕੋਈ ਸਾਡੇ ਕੈਸ਼ ਬੁੱਕ 'ਚ ਜਾ ਰਿਹਾ ਪੈਸਾ, ਕ੍ਰੈਡਿਟ ਸਾਈਡ ਮਾਈਨਸ ਹੁੰਦੀ ਹੈ। ਡਿਸਓਨਰਡ ਚੈੱਕ ਹੋ ਗਿਆ। ਠੀਕ ਹੈ, ਚੈੱਕ ਮਤਲਬ ਜਿਹੜਾ ਮੈਂ ਮੈंने ਡਿਪੋਜ਼ਿਟ ਕਰਾਇਆ ਸੀ ਉਹ ਡਿਸਓਨਰਡ ਹੋ ਗਿਆ। ਜਦ ਮੇਰਾ ਡਿਪੋਜ਼ਿਟ ਵਾਲਾ ਜੇ ਮੈਂ ਇਸ਼ੂ ਕੀਤਾ ਸੀ, ਸਪੋਜ਼ ਕਰੋ ਜੇ ਮੈਂ ਕੋਈ ਇਸ਼ੂ ਕੀਤਾ ਡਿਸਓਨਰਡ ਹੋ ਗਿਆ। ਠੀਕ ਹੈ, ਉਹ ਕ੍ਰੈਡਿਟ ਮੇਰਾ ਮਾਈਨਸ 'ਚ ਚਲਾ ਜਾਏਗਾ। ਪ੍ਰੀਪੇਅਰ ਦੀ ਬੈਂਕ, ਫਿਰ ਉਸ ਤੋਂ ਬਾਅਦ ਆਪਾਂ ਜਦੋਂ ਇਹ ਸਾਰੀਆਂ ਐਂਟਰੀਆਂ ਦੇਖ ਲਵਾਂਗੇ ਉਸ ਤੋਂ ਬਾਅਦ ਆਪਾਂ ਪ੍ਰੀਪੇਅਰ ਕਰਾਂਗੇ ਬੈਂਕ ਰੀਕਨਸਾਈਲੇਸ਼ਨ ਸਟੇਟਮੈਂਟ। ਠੀਕ ਹੈ, 3 ਸਟੈਪਸ ਹੋਣਗੇ ਇਹਦੇ। ਪਹਿਲਾਂ ਤਾਂ ਆਪਾਂ ਦੇਖਾਂਗੇ ਕਿ ਕਿਹੜੀਆਂ ਐਂਟਰੀ ਅਸੀਂ ਨਹੀਂ ਪਾਈਆਂ। ਦੂਜਾ ਦੇਖਾਂਗੇ ਕਿਹੜੇ ਐਰਰ ਅਸੀਂ ਕੀਤੇ ਹੈ, ਗਲਤੀ ਨਾਲ ਕੋਈ ਐਂਟਰੀ ਬੈਂਕ ਕੈਸ਼ ਵਾਲੀ ਬੈਂਕ 'ਚ ਤਾਂ ਨਹੀਂ ਪਾਤੀ, ਉਹ ਵੀ ਦੇਖਣਾ ਹੁੰਦਾ। ਠੀਕ ਹੈ ਨਾ, ਕੋਈ ਚਾਰਜਿਸ ਹੈ ਜਿਹੜੇ ਬੈਂਕ ਨੇ ਪੇ ਕੀਤੇ ਅਸੀਂ ਉਸ 'ਚ ਦਿਖਾਇਆ ਨਹੀਂ ਦਿਖਾਇਆ, ਮਿਟਡ ਹੋ ਗਿਆ, ਅਸੀਂ ਭੁੱਲ ਗਏ, ਸਾਨੂੰ ਪਤਾ ਨਹੀਂ, ਅਸੀਂ ਉਹ ਦਿਖਾਉਣਾ। ਠੀਕ ਹੈ ਫਰੈਂਡਸ, ਤਾਂ ਅੱਗੇ ਆਪਾਂ ਦੇਖਦੇ ਹਾਂ। ਆਹ ਦੇਖੋ, ਪਹਿਲੇ ਤਾਂ ਚੈੱਕ ਕਰਨਾ ਬੈਂਕ ਸਟੇਟਮੈਂਟ ਦੀ ਕੈਸ਼ ਦੀਆਂ ਐਂਟਰੀਆਂ, ਸਟੇਟਮੈਂਟ ਚੈੱਕ ਕਰਨੀ, ਫਿਰ ਅਪਡੇਟ ਕਰਨੀ ਵਿਦ ਐਨੀ ਓਮਿਸ਼ਨਸ ਐਂਡ ਐਰਰਸ ਜਿਹੜੇ ਮੇਡ ਬਾਏ ਦਾ ਆਫਿਸ, ਜਿਹੜੇ ਆਫਿਸ ਨੇ ਜਾਂ ਕੋਈ ਐਰਰਸ ਕਰਤੇ ਹੈ ਜਾਂ ਓਮਿਸ਼ਨ ਕੀਤੀ ਹੈ ਉਹਨੂੰ ਅਪਡੇਟ ਕਰਨਾ, ਫਿਰ ਪ੍ਰੀਪੇਅਰ ਕਰਨਾ ਬੈਂਕ ਰੀਕਨਸਾਈਲੇਸ਼ਨ ਸਟੇਟਮੈਂਟ। ਠੀਕ ਹੈ, ਕੋਈ ਵੀ ਆਪਣੀ ਐਂਟਰੀ ਰਹਿ ਗਈ, ਮਤਲਬ ਸਪੋਜ਼ ਕਰੋ ਆਪਣੇ ਵੱਲੋਂ ਤਾਂ ਅਸੀਂ ਪੱਕੇ ਹੋ ਕੇ ਜਾਵਾਂਗੇ, ਉਹਦੇ ਕਹਿਣ ਦਾ ਮਤਲਬ ਇਹ ਹੈ ਕਿ ਜੇ ਕੋਈ ਐਰਰ ਹੈ, ਕੋਈ ਗਲਤੀ ਹੈ, ਮੈਂ ਉਹਨੂੰ ਸਹੀ ਕਰਨਾ ਆਪਣੀ ਕੈਸ਼ ਬੁੱਕ 'ਚ। ਠੀਕ ਹੈ ਨਾ, ਦੋਨਾਂ ਹੀ ਸਟੇਟਮੈਂਟ ਚੱਕਾਂਗਾ। ਜੇ ਕੋਈ ਦੋਨੋਂ ਸਟੇਟਮੈਂਟ ਦੇਖਣ 'ਚ ਮੈਨੂੰ ਕੋਈ ਆਪਣੀ ਐਂਟਰੀ ਐਸੀ ਲੱਗਦੀ ਹੈ ਕਿ ਜਿਸ 'ਚ ਮੇਰਾ ਹੀ ਡਿਫੋਲਟ ਹੈ, ਉਹਨੂੰ ਮੈਂ ਸਹੀ ਕਰ ਲਾਂਗਾ। ਠੀਕ ਹੈ, ਮਤਲਬ ਜੇ ਬਾਈ ਚਾਂਸ ਕੋਈ ਐਂਟਰੀ ਨਹੀਂ ਹੈ ਫਿਰ ਉਹ ਬੈਂਕ ਦੇ ਹਿਸਾਬ ਸਿਰ ਹੋਏਗਾ, ਬੈਂਕ ਦੇਖੇਗਾ ਉਸਨੂੰ, ਫਿਰ ਉਹਦੇ ਨਾਲ ਮੈਂ ਗੱਲ ਕਰਾਂਗਾ। ਠੀਕ ਹੈ, ਫਿਰ ਮੈਂ ਪ੍ਰੀਪੇਅਰ ਕਰਾਂ ਬੈਂਕ ਰੀਕਨਸਾਈਲੇਸ਼ਨ ਸਟੇਟਮੈਂਟ। ਪਹਿਲੇ ਤਾਂ ਮੈਂ ਆਪਣੀ ਐਂਟਰੀਆਂ ਪੂਰੀਆਂ ਕਲੀਅਰ ਰੱਖਾਂਗਾ।
ਜਿਹੜੀਆਂ ਮੇਰੇ ਜਿਹੜੀ ਜਿਸ ਦੀ ਮੇਰੀ ਗਲਤੀ ਹੈ ਉਹ ਤਾਂ ਮੈਂ ਸਹੀ ਰੱਖਾਂਗਾ, ਜਿਸ 'ਚ ਮੇਰੀ ਗਲਤੀ ਨੇ ਉਹ ਨਹੀਂ ਮੈਂ ਕਰ ਸਕਦਾ। ਕਿਉਂਕਿ ਜਿਵੇਂ ਸਪੋਜ਼ ਕਰੋ ਬੈਂਕ ਨੂੰ ਮੈਂ ਚੈੱਕ ਡਿਪੋਜ਼ਿਟ ਕੀਤਾ, ਹੁਣ ਉਹ ਕਲੀਅਰ ਨਾ ਹੋਣਾ ਮੈਨੂੰ ਥੋੜ੍ਹਾ ਪਤਾ, ਮੈਨੇ ਤਾਂ ਆਪਣੀ ਐਂਟਰੀ 'ਚ ਦਿਖਾਤਾ ਕਿ ਮੈਨੇ ਤਾਂ ਚੈੱਕ ਡਿਪੋਜ਼ਿਟ ਕੀਤਾ ਭਾਈ, ਮੇਰੇ ਕੋਲ ਤਾਂ ਹੁਣ ਮੈਂ ਤਾਂ ਆਪਣੇ 'ਚ ਦਿਖਾ ਦਾਂਗਾ ਡੈਬਿਟ ਸਾਈਡ 'ਤੇ ਮੇਰੇ ਕੋਲ ਪਲੱਸ ਹੋ ਰਿਹਾ, ਠੀਕ ਹੈ ਨਾ। ਮਗਰ ਬੈਂਕ ਨੇ ਹਲੇ ਕਲੀਅਰ ਨਹੀਂ ਕੀਤਾ, ਇਹ ਮੈਂ ਜਾ ਕੇ ਬੈਂਕ ਨੂੰ ਜਾ ਕੇ ਪੁੱਛਾਂਗਾ। ਉਸ ਤੋਂ ਪਹਿਲਾਂ ਬੈਂਕ ਨੂੰ ਪੁੱਛਣ ਤੋਂ ਪਹਿਲਾਂ ਐਸੀ ਐਂਟਰੀ ਜਿਸ 'ਚ ਮੇਰੀ ਗਲਤੀ ਨਹੀਂ, ਉਸ ਤੋਂ ਪਹਿਲਾਂ ਮੈਂ ਆਪਣੇ ਐਰਰ ਸਹੀ ਕਰ ਲਾਂਗਾ, ਓਮਿਸ਼ਨ ਸਹੀ ਕਰ ਲਾਂਗਾ, ਠੀਕ ਹੈ ਨਾ। ਫਿਰ ਮੈਂ ਪ੍ਰੀਪੇਅਰ ਕਰਾਂਗਾ ਬੈਂਕ ਰਿਕਨਸਾਈਲੇਸ਼ਨ ਸਟੇਟਮੈਂਟ, ਠੀਕ ਹੈ ਫਰੈਂਡਸ। ਹੁਣ ਉਰੇ ਦੇਖੋ, ਜੇ ਆਪਾਂ ਡਰੋ ਕਰਾਂਗੇ ਤਾਂ ਆਪਾਂ ਕੀ ਚੀਜ਼ ਐਡ ਕਰਾਂਗੇ। ਬੈਂਕ ਬੈਲੈਂਸ ਐਜ਼ ਪਰ ਕੈਸ਼ ਬੁੱਕ, ਆਪਾਂ ਬੈਂਕ ਰਿਕਨਸਾਈਲੇਸ਼ਨ ਸਟੇਟਮੈਂਟ ਬਣਾ ਰਹੇ ਹਾਂ, ਆਪਣੇ ਕੋਲ ਕਿਹੜਾ ਬੈਲੈਂਸ ਹੋਏਗਾ, ਆਪਣੀ ਕੈਸ਼ ਬੁੱਕ ਦਾ ਬੈਂਕ ਬੈਲੈਂਸ ਹੋਏਗਾ, ਠੀਕ ਹੈ ਨਾ। ਆਪਣੀ ਕੈਸ਼ ਬੁੱਕ ਦਾ ਬੈਂਕ ਬੈਲੈਂਸ ਹੋਏਗਾ, ਠੀਕ ਹੈ ਨਾ। ਜਿਹੜਾ ਇਹ ਸਾਰੀ ਅਮਾਊਂਟ 'ਚੋਂ ਇਹਨੂੰ ਮਾਈਨਸ ਕਰਕੇ ਜੋ ਬੈਲੈਂਸ ਆਉਂਦਾ ਸਾਡੇ ਕੋਲ, ਉਹੀ ਬੈਲੈਂਸ ਹੋਏਗਾ। ਜੋ ਅੱਗੇ ਟ੍ਰਾਂਸਫਰ ਹੋ ਕੇ ਡੈਬਿਟ ਬੈਲੈਂਸ ਬਣਦਾ ਸਾਡੇ ਕੋਲ ਇਹੀ ਬੈਲੈਂਸ ਹੋਏਗਾ, ਅਸੀਂ ਇਹੀ ਬੈਲੈਂਸ ਉੱਪਰ ਰੱਖਾਂਗੇ। ਜੇ ਸਾਡਾ ਕੁਝ ਫਰਕ ਆ ਰਿਹਾ ਹੋਏਗਾ, ਸਾਨੂੰ ਪਤਾ ਲੱਗੇਗਾ ਆਪਾਂ ਕੀ ਐਡ ਕਰਾਂਗੇ। ਉਦੋਂ ਜਦੋਂ ਆਪਾਂ ਬੈਂਕ ਰਿਕਨਸਾਈਲੇਸ਼ਨ ਸਟੇਟਮੈਂਟ ਬਣਾਵਾਂਗੇ, ਅਸੀਂ ਕੀ ਚੀਜ਼ ਐਡ ਕਰਾਂਗੇ ਜਿਹਦੇ ਨਾਲ ਸਾਡਾ ਜਿਹੜਾ ਬੈਲੈਂਸ ਹੈ ਪਾਸਬੁੱਕ ਨਾਲ ਮਿਲ ਜਾਵੇ। ਉਹ ਕਹਿਣਾ ਚਾਹ ਰਿਹਾ ਕਿ ਮਿਲ ਜਾਵੇ ਜਾਂ ਅਸੀਂ ਮਿਲਾ ਲਈਏ, ਸਾਡਾ ਸਿਰਫ ਮੇਰਾ ਇਹ ਮੋਟਿਵ ਹੈ ਕਿ ਮੇਰੀ ਜਿਹੜੀ ਬੈਲੈਂਸ ਹੈ ਉਹ ਪਾਸਬੁੱਕ ਨਾਲ ਮਿਲਣਾ ਚਾਹੀਦਾ, ਠੀਕ ਹੈ ਫਰੈਂਡਸ। ਯੂ ਚੈੱਕ ਇਸ਼ੂਡ ਬਾਈ ਅਸ ਬਟ ਨੋਟ ਪ੍ਰੈਜ਼ੈਂਟਡ ਟੂ ਬੈਂਕ, ਠੀਕ ਹੈ। ਮੈਨੇ ਤਾਂ ਇਸ਼ੂ ਕਰਤਾ ਚੈੱਕ, ਮੇਰੇ ਵੱਲੋਂ ਪੇਮੈਂਟ ਹੋ ਚੁੱਕੀ ਹੈ, ਮੇਰੇ ਵੱਲੋਂ ਮੈਨੇ ਪਹਿਲੇ ਮਾਈਨਸ ਕਰਤਾ ਸੀ ਕੈਸ਼ ਬੁੱਕ ਵਿੱਚ ਮੇਰੇ ਵੱਲੋਂ ਮੈਂ ਉਰੇ ਪੇਮੈਂਟ ਪਾ ਕੇ ਮੈਨੇ ਬੈਂਕ ਕਾਲਮ 'ਚ ਪਾ ਕੇ ਮੈਨੇ ਉਰੇ ਪੇਮੈਂਟ ਕਰਤੀ, ਬਟ ਪ੍ਰੈਜ਼ੈਂਟ ਹੀ ਨਹੀਂ ਹੋਇਆ। ਅੱਗੋਂ ਕੋਈ ਪ੍ਰੋਬਲਮ ਆ ਗਈ ਜਿਸ 'ਚ ਪ੍ਰੈਜ਼ੈਂਟ ਨਹੀਂ ਹੋਇਆ, ਬੈਂਕ ਕੋਲ ਗਿਆ ਹੀ ਨਹੀਂ ਚੈੱਕ ਹਲੇ, ਠੀਕ ਹੈ ਨਾ। ਉਹ ਚੀਜ਼ ਮੈਂ ਐਡ ਕਰਾਂ, ਦੁਬਾਰਾ ਅਮਾਊਂਟ ਨੂੰ ਐਡ ਕਰ ਲਾਂਗਾ। ਤਾਂ ਮੇਰਾ ਮੋਟਿਵ ਇਹ ਹੈ ਕਿ ਮੈਨੇ ਬੈਂਕ ਨਾਲ ਆਪਣਾ ਬੈਲੈਂਸ ਮਿਲਾਉਣਾ, ਤਾਂ ਬਸ ਮੈਂ ਉਰੇ ਐਡ ਕਰ ਦਾਂਗਾ ਉਹ ਅਮਾਊਂਟ। ਪਹਿਲੇ ਮੈਂ ਮਾਈਨਸ ਕੀਤੀ ਸੀ ਕਿਉਂਕਿ ਮੈਂ ਇਸ਼ੂ ਕਰਤਾ ਸੀ, ਮਗਰ ਨਹੀਂ ਹੋ ਪਾਇਆ, ਮਤਲਬ ਅੱਗੇ ਪ੍ਰੈਜ਼ੈਂਟ ਹੀ ਨਹੀਂ ਹੋਇਆ। ਫਿਰ ਮੈਂ ਵਾਪਸ ਲੈ ਆਵਾਂਗਾ ਅਮਾਊਂਟ, ਉਹਨੂੰ ਮੈਂ ਡੈਬਿਟ ਸਾਈਡ 'ਤੇ ਪਲੱਸ ਕਰ ਦਾਂਗਾ ਦੁਬਾਰਾ, ਠੀਕ ਹੈ, ਬੈਂਕ ਵਾਲੀ ਸਾਈਡ 'ਤੇ, ਠੀਕ ਹੈ ਫਰੈਂਡਸ। ਦੂਜਾ ਕਹਿੰਦਾ ਇੰਟਰਸਟ ਅਲਾਊਡ ਬਾਏ ਬੈਂਕ। ਹੁਣ ਇੰਟਰਸਟ ਤਾਂ ਉਹਨੇ ਅਲਾਊਡ ਕਰਤਾ, ਇੰਟਰਸਟ ਦਿੱਤਾ, ਮਤਲਬ ਬੈਂਕ ਨੇ ਸਾਨੂੰ ਇੰਟਰਸਟ ਦਿੱਤਾ, ਠੀਕ ਹੈ। ਉਹ ਬੈਂਕ ਨੇ ਤਾਂ ਆਪਣੇ ਪਾਸਬੁੱਕ 'ਚ ਦਿਖਾਤਾ, ਮਗਰ ਅਸੀਂ ਨੇ ਦਿਖਾਇਆ, ਸਾਨੂੰ ਦਿਖਾਣਾ ਪਏਗਾ। ਉਹਨਾਂ ਨੇ ਦਿਖਾਤਾ, ਸਾਨੂੰ ਦਿਖਾਣਾ ਪਏਗਾ, ਠੀਕ ਹੈ। ਉਹਨਾਂ ਨੇ ਦਿਖਾਤਾ, ਸਾਨੂੰ ਦਿਖਾਣਾ ਪਏਗਾ। ਮੈਂ ਉਹਨੂੰ ਡੈਬਿਟ ਸਾਈਡ 'ਤੇ ਬੈਂਕ ਕਾਲਮ ਵਿੱਚ ਇੰਟਰਸਟ ਅਲਾਊਡ ਦਿਖਾ ਦਾਂਗਾ, ਠੀਕ ਹੈ ਫਰੈਂਡਸ। ਉਸ ਤੋਂ ਬਾਅਦ ਅਮਾਊਂਟ ਡਾਇਰੈਕਟਲੀ ਡਿਪੋਜ਼ਿਟ ਇਨ ਆਵਰ ਅਕਾਊਂਟ ਬਾਏ ਪਾਰਟੀ, ਕਿਸੇ ਪਾਰਟੀ ਨੇ ਸਾਡੇ ਅਕਾਊਂਟ ਵਿੱਚ ਸਿੱਧਾ ਪੈਸੇ ਪਾਤੇ। ਮੇਰੀ ਕੈਸ਼ ਬੁੱਕ ਦੀ ਸਟੇਟਮੈਂਟ ਨੂੰ ਨਹੀਂ ਪਤਾ ਕਿ ਮੇਰੇ ਸਿੱਧਾ ਪੇਮੈਂਟ ਆਈ ਹੈ, ਠੀਕ ਆ। ਹਲੇ ਮੇਰੇ ਕੋਲ ਇਨਫੋਰਮੇਸ਼ਨ ਨਹੀਂ ਆਈ, ਉਹ ਮੈਂ ਕਲੈਕਟ ਕਰਾਂਗਾ, ਉਹਨੂੰ ਮੈਂ ਐਡ ਕਰਾਂਗਾ। ਮੇਰੇ ਕੋਲ ਅਮਾਊਂਟ ਆਈ ਹੈ, ਮੈਂ ਉਹਨੂੰ ਐਡ ਕਰਾਂਗਾ, ਠੀਕ ਹੈ ਫਰੈਂਡਸ। ਮੇਰੇ ਕੋਲ ਅਮਾਊਂਟ ਆਈ ਹੈ, ਮੈਂ ਉਹਨੂੰ ਐਡ ਕਰਾਂਗਾ, ਠੀਕ ਹੈ। ਕਿਹੜੀ ਅਮਾਊਂਟ, ਹੁਣ ਆਪਾਂ ਕੀ ਦੇਖ ਲਿਆ, ਆਪਾਂ ਨੇ ਇਹ ਦੇਖ ਲਿਆ ਕਿ ਜਿਹੜਾ ਇਹ ਚੈੱਕ ਇਸ਼ੂ ਕੀਤਾ ਪ੍ਰੈਜ਼ੈਂਟ ਨਹੀਂ ਹੋਇਆ, ਠੀਕ ਹੈ, ਉਹਨੂੰ ਆਪਾਂ ਐਡ ਕਰਾਂਗੇ ਕਿਉਂਕਿ ਆਪਾਂ ਪਹਿਲੇ ਮਾਈਨਸ ਕੀਤਾ ਸੀ। ਮੈਨੇ ਪਲੱਸ ਕਰ ਲਾਂਗਾ, ਮੈਨੂੰ ਪੈਸੇ ਵਾਪਸ ਲੈ ਆਵਾਂਗਾ ਕਿਉਂਕਿ ਪ੍ਰੈਜ਼ੈਂਟ ਹੀ ਨਹੀਂ ਹੋਇਆ। ਤਾਂ ਮੈਨੇ ਆਪਣੀ ਸਟੇਟਮੈਂਟ ਸਹੀ ਕਰਨ ਲਈ ਮੈਨੂੰ ਆਪਣੀ ਕੈਸ਼ ਬੁੱਕ ਦੀ ਬੈਂਕ ਦੀ ਬੈਲੈਂਸ ਦੀ ਸਟੇਟਮੈਂਟ ਸਹੀ ਕਰਨ ਲਈ ਮੈਨੂੰ ਪਲੱਸ 'ਚ ਲੈ ਆਵਾਂਗਾ। ਇੰਟਰਸਟ ਅਲਾਊਡ ਬਾਏ ਬੈਂਕ ਨੇ ਅਲਾਊਡ ਕਰਤਾ, ਮੈਨੇ ਆਪਣੇ ਉਰੇ ਐਂਟਰੀ ਦਿਖਾਣੀ ਪਏਗੀ ਕਿ ਮੇਰੇ ਕੋਲ ਇੰਟਰਸਟ ਆਇਆ, ਮੈਂ ਪਲੱਸ ਕਰਾਂਗਾ। ਅਮਾਊਂਟ ਡਾਇਰੈਕਟਲੀ ਡਿਪੋਜ਼ਿਟ ਇਨ ਆਵਰ ਅਕਾਊਂਟ, ਕਿਸੇ ਪਾਰਟੀ ਨੇ ਮੇਰੇ ਸਿੱਧਾ ਹੀ ਮੇਰੇ ਅਕਾਊਂਟ 'ਚ ਪੈਸੇ ਪਾਤੇ, ਉਹਨੇ ਪਾਤੇ ਮਗਰ ਮੈਂ ਨਹੀਂ ਪਾਏ, ਮੈਨੂੰ ਦਿਖਾਣੇ ਪੈਣਗੇ, ਮੈਂ ਪਲੱਸ ਕਰਾਂਗਾ। ਇਹ ਉੱਪਰ ਵਾਲਾ ਬੈਲੈਂਸ ਉੱਚੇ ਇਹ ਚੀਜ਼ਾਂ ਸਾਰੀ ਪਲੱਸ ਹੋਣਗੀਆਂ, ਜਿੰਨਾ ਵੀ ਬੈਲੈਂਸ ਹੈ ਉੱਚੇ ਇਹ ਚੀਜ਼ਾਂ ਪਲੱਸ ਹੋਣਗੀਆਂ। ਐਨੀ ਅਮਾਊਂਟ ਕਲੈਕਟਡ ਬਾਏ ਬੈਂਕ ਔਨ ਆਵਰ ਬਿਹਾਫ, ਸਾਡੇ ਬਿਹਾਫ ਤੇ ਕੋਈ ਅਮਾਊਂਟ ਬੈਂਕ ਨੇ ਲੈ ਲਈ। ਜਿਵੇਂ ਮੈਂ ਤੁਹਾਨੂੰ ਪਿੱਛੇ ਬਿੱਲ ਐਕਸਚੇਂਜ ਕਰਾਇਆ ਸੀ, ਤਾਂ ਬੈਂਕ ਨੇ ਲੈ ਲਿਆ, ਬੈਂਕ ਸੈਂਟਰ ਫॉर ਕਲੈਕਸ਼ਨ ਨੂੰ ਭੇਜਤਾ ਉਹਨੇ ਬੀ ਪਾਰਟੀ ਕੋਲ, ਤਾਂ ਉਸ ਤੋਂ ਪੈਸੇ ਲੈ ਆਇਆ। ਸਾਨੂੰ ਹਲੇ ਨਹੀਂ ਪਤਾ, ਸਾਡੇ ਕੋਲ ਆ ਗਏ ਤਾਂ ਉਹ ਐਂਟਰੀ ਪਾਣੀ, ਉਹ ਮੈਂ ਐਡ ਕਰਾਂਗਾ, ਠੀਕ ਹੈ ਨਾ। ਐਸੀ ਐਂਟਰੀਆਂ ਜੋ ਬੈਂਕ ਦੁਆਰਾ ਹੋ ਰਹੀਆਂ ਨੇ ਮਗਰ ਮੇਰੀ ਕੈਸ਼ ਬੁੱਕ 'ਚ ਮੈਨੂੰ ਹਲੇ ਨਹੀਂ ਮਿਲੀਆਂ, ਮੈਂ ਉਹ ਸਾਰੀਆਂ ਐਂਟਰੀਆਂ ਐਡ ਕਰਾਂਗਾ, ਠੀਕ ਹੈ। ਜੇ ਬਾਈ ਚਾਂਸ ਉਹ ਐਡ ਕਰਾਂਗਾ ਹੀ, ਮਗਰ ਸਪੋਜ਼ ਕਰੋ ਕਿ ਮੈਨੇ ਕੁਝ ਪੇਮੈਂਟ ਕੀਤੀ ਹੁਣ ਬੈਂਕ ਤਾਂ ਮੇਰੇ ਨਾਲ ਤਾਂ ਨਹੀਂ ਹੈ ਨਾ, ਮੇਰੇ ਘਰ ਦੇ ਵਿੱਚ ਤਾਂ ਹੈ ਨਹੀਂ ਬੈਂਕ ਉਹ ਆਪਣੀ ਜਗ੍ਹਾ, ਠੀਕ ਹੈ ਨਾ। ਬੈਂਕ ਦਾ ਕੀ ਅੰਦਰਲਾ ਫੰਕਸ਼ਨ ਚੱਲ ਰਿਹਾ ਉਹ ਮੈਨੂੰ ਨਹੀਂ ਪਤਾ। ਜੇ ਮੈਂ ਕੋਈ ਚੈੱਕ ਇਸ਼ੂ ਕਰਦਾ ਤਾਂ ਚੈੱਕ ਜਿਹੜਾ ਉਸ ਬੈਂਕ 'ਚ ਗਿਆ ਉਸ 'ਚ ਕੀ ਫੰਕਸ਼ਨਿੰਗ ਹੋਈ ਹੈ, ਕੀ ਮਤਲਬ ਪ੍ਰੋਬਲਮ ਆਈ ਹੈ ਜਿਸ ਕਰਕੇ ਉਹ ਪੇਮੈਂਟ ਨਹੀਂ ਹੋ ਪਾਈ। ਮੈਨੇ ਤਾਂ ਆਪਣੇ ਵੱਲੋਂ ਮਾਈਨਸ ਕਰਤਾ, ਮਗਰ ਉਹ ਨਹੀਂ ਹੋ ਪਾਈ, ਮੇਰਾ ਤਾਂ ਬੈਲੈਂਸ ਖਰਾਬ ਹੋ ਜਾਏਗਾ। ਮੈਨੂੰ ਉਹਨੂੰ ਸਹੀ ਕਰਨ ਲਈ ਮੈਨੂੰ ਪਲੱਸ 'ਚ ਲਿਆਵਾਂਗਾ ਕਿ ਹਲੇ ਮੇਰੇ ਨੇ ਪੇਮੈਂਟ ਨਹੀਂ ਕੀਤੀ, ਮੈਨੇ ਚੈੱਕ ਇਸ਼ੂ ਕੀਤਾ ਹੀ, ਮੈਂ ਦੁਬਾਰਾ ਉਹਨੂੰ ਪਲੱਸ 'ਚ ਲਿਆਵਾਂਗਾ, ਉਹਨੂੰ ਕਰੈਕਟ ਕਰਾਂਗਾ, ਠੀਕ ਹੈ ਨਾ ਫਰੈਂਡਸ। ਮੇਰਾ ਸਿਰਫ ਪਰਪਸ ਹੈ ਕਿ ਮੈਨੇ ਕੈਸ਼ ਬੁੱਕ ਦਾ ਬੈਂਕ ਬੈਲੈਂਸ ਸੇਮ ਮੇਰਾ ਪਾਸਬੁੱਕ ਦੇ ਬੈਂਕ ਬੈਲੈਂਸ ਨਾਲ ਮਿਲਣਾ ਚਾਹੀਦਾ ਬਸ, ਠੀਕ ਹੈ ਫਰੈਂਡਸ। ਕੋਈ ਰੋਂਗ ਕ੍ਰੈਡਿਟ ਹੋ ਗਿਆ ਗਿਵਨ ਬਾਏ ਬੈਂਕ, ਕੋਈ ਰੋਂਗ ਕ੍ਰੈਡਿਟ ਦੇ ਦਿੱਤਾ ਗਿਵਨ ਬਾਏ, ਕੋਈ ਰੋਂਗ ਕ੍ਰੈਡਿਟ ਮਤਲਬ ਬੈਂਕ ਨੇ ਕੋਈ ਅਮਾਊਂਟ ਦੇ ਦਿੱਤੀ, ਠੀਕ ਹੈ। ਉਰੇ ਤਾਂ ਰੋਂਗ ਦੇ ਦਿੱਤੀ,
ਹੈ ਰੋਂਗ ਹੈ, ਮਗਰ ਮੇਰੇ ਬੈਂਕ ਵਿੱਚ ਉੱਥੇ ਅਮਾਊਂਟ ਜ਼ਿਆਦਾ ਦਿਖਾਏਗਾ, ਮੈਨੂੰ ਘੱਟ ਦਿਖਾ ਰਿਹਾ। ਮੇਰੇ ਬੈਂਕ ਬੈਲੈਂਸ ਵਿੱਚ ਮੈਨੂੰ ਘੱਟ ਦਿਖਾ ਰਿਹਾ ਅਮਾਊਂਟ, ਮੈਨੂੰ ਐਡ ਕਰਨਾ ਪਏਗਾ। ਭਾਵੇਂ ਉਹ ਰੋਂਗ ਤੇ ਮੈਨੂੰ ਉਹਨੇ ਪੈਸਾ ਦਿੱਤਾ, ਮਤਲਬ ਕਿ ਗਲਤ ਐਂਟਰੀ ਮੈਨੂੰ ਮੈਂ ਪਾਸ ਕਰਤੀ, ਮਗਰ ਮੈਨੂੰ ਦਿਖਾਣੀ ਪਏਗੀ ਆਪਣੇ ਉਸ ਵਿੱਚ ਕੀ ਨਾਮ ਹੈ ਬੈਂਕ ਰਿਕਨਸਾਈਲੇਸ਼ਨ ਸਟੇਟਮੈਂਟ 'ਚ ਮੈਨੂੰ ਉਹਰੇ ਪਲੱਸ ਕਰਨਾ ਪਏਗਾ ਉਹ ਸਾਰੀ ਅਮਾਊਂਟਸ। ਠੀਕ ਹੈ ਨਾ ਫਰੈਂਡਸ। ਹੁਣ ਮਾਈਨਸ ਕੀ ਕਰਨਾ ਪਏਗਾ, ਮੈਨੂੰ ਤਾਂ ਇਹ ਤਾਂ ਪਤਾ ਲੱਗ ਗਿਆ ਕਿ ਮੈਂ ਪਲੱਸ ਕੀ ਕਰਨਾ ਹੈ। ਹੁਣ ਮਾਈਨਸ ਕੀ ਕਰਨਾ ਪਏਗਾ। ਚੈੱਕ ਡਿਪੋਜ਼ਿਟ ਇਨ ਅ ਬੈਂਕ ਬਟ ਡਿਸਓਨਰਡ, ਮੈਨੇ ਡਿਪੋਜ਼ਿਟ ਕਰਾਤਾ, ਮਤਲਬ ਚੈੱਕ ਡਿਪੋਜ਼ਿਟ ਦਾ ਮਤਲਬ ਕੀ ਹੋਇਆ ਕਿ ਮੇਰੇ ਕੋਲ ਕੋਈ ਪੇਮੈਂਟ ਆ ਰਹੀ ਹੈ, ਮੈਨੂੰ ਕਿਸੇ ਪਾਰਟੀ ਨੇ ਚੈੱਕ ਦੁਆਰਾ ਪੇਮੈਂਟ ਕੀਤੀ ਹੈ, ਮੈਨੇ ਜਾ ਕੇ ਪੇਮੈਂਟ ਜਾ ਕੇ ਜਮ੍ਹਾਂ ਕਰਾਤਾ ਕਿ ਚੈੱਕ ਨਾਲ ਦੀ ਨਾਲ ਤਾਂ ਨਹੀਂ ਕਲੀਅਰ ਹੁੰਦਾ ਨਾ, ਟਾਈਮ ਲੱਗਦਾ। ਪਤਾ ਲੱਗਿਆ ਕਿ ਡਿਸਓਨਰ ਹੋ ਗਿਆ, ਮਗਰ ਮੈਨੇ ਆਪਣੀ ਕੈਸ਼ ਬੁੱਕ 'ਚ ਕੀ ਦਿਖਾਤਾ ਸੀ ਉਸੇ ਟਾਈਮ ਨਾਲ ਦੀ ਨਾਲ ਮੈਂ ਆਪਣੀ ਅਪਡੇਟ ਕਰਾਂਗਾ। ਮੈਂ ਕੀ ਦਿਖਾਤਾ ਸੀ ਕਿ ਕੈਸ਼ ਬੈਂਕ ਅਕਾਊਂਟ ਡੈਬਿਟ ਟੂ ਕਿਸ ਪਾਰਟੀ ਤੋਂ ਆਇਆ, ਏ ਪਾਰਟੀ ਤੋਂ ਆਇਆ, ਤਾਂ ਉਰੇ ਮੈਂ ਦਿਖਾ ਦਾਂਗਾ ਟੂ ਏ ਪਾਰਟੀ, ਬੈਂਕ ਵਿੱਚ ਦਿਖਾ ਦਾਂਗਾ ਇੰਨੀ ਅਮਾਊਂਟ ਆਈ ਹੈ, ਇੰਨੀ ਅਮਾਊਂਟ ਆਈ ਹੈ। ਬਟ ਜਦੋਂ ਪਤਾ ਲੱਗਾ ਡਿਸਓਨਰ ਹੋ ਗਿਆ, ਮੈਨੂੰ ਉਲਟੀ ਐਂਟਰ ਦਿਖਾਣੀ ਪਏਗੀ, ਮੈਨੂੰ ਲੈਸ ਕਰਨਾ ਪਏਗਾ, ਮੈਨੂੰ ਉਰੇ ਦਿਖਾਣਾ ਪਏਗਾ ਲੈਸ ਕਰਨਾ ਪੈਣਾ। ਠੀਕ ਹੈ, ਲੈਸ ਕਰਨਾ ਪੈਣਾ, ਤਾਂ ਮੈਂ ਉਰੇ ਲੈਸ ਕਰਾਂਗਾ। ਠੀਕ ਹੈ, ਲੈਸ ਕਰਾਂਗਾ ਕਿਉਂਕਿ ਪਤਾ ਲੱਗਾ ਡਿਸਓਨਰ ਹੋ ਗਿਆ, ਮੈਨੂੰ ਆਪਣਾ ਬੈਲੈਂਸ ਸਹੀ ਕਰਨਾ, ਤਾਂ ਮੈਂ ਆਪਣੀ ਕੈਸ਼ ਬੁੱਕ ਵਿੱਚ ਜਿਹੜਾ ਬੈਂਕ ਦਾ ਬੈਲੈਂਸ ਉਹ 'ਚ ਕ੍ਰੈਡਿਟ ਸਾਈਡ 'ਤੇ ਮੈਂ ਅਮਾਊਂਟ ਮਾਈਨਸ ਕਰਾਂਗਾ। ਠੀਕ ਹੈ ਨਾ ਫਰੈਂਡਸ। ਅਮਾਊਂਟ ਪੇਡ ਬਾਈ ਬੈਂਕ ਔਨ ਸਟੈਂਡਿੰਗ ਇੰਸਟਰਕਸ਼ਨਸ, ਲੋਨ ਰੀਪੇਮੈਂਟ ਇੰਸ਼ੋਰੈਂਸ ਪ੍ਰੀਮੀਅਮ, ਇਹ ਵੀ ਮੈਂ ਮਾਈਨਸ ਕਰਾਂਗਾ। ਜਿਹੜੀ ਬੈਂਕ ਨੇ ਪੇਮੈਂਟ ਕੀਤੀ ਹੈ, ਕੋਈ ਬੈਂਕ ਮੇਰੀ ਲੋਨ ਦੀ ਪੇਮੈਂਟ ਕਰ ਰਿਹਾ, ਇੰਸ਼ੋਰੈਂਸ ਦੀ ਪੇਮੈਂਟ ਕਰ ਰਿਹਾ, ਮੈਨੂੰ ਨਹੀਂ ਪਤਾ। ਠੀਕ ਹੈ ਨਾ, ਮੇਰਾ ਤਾਂ ਜਿਹੜੀ ਉਹ ਪੇਮੈਂਟ ਕਰ ਰਿਹਾ 10,000 ਦੀ ਉਹਨੇ ਪੇਮੈਂਟ ਕੀਤੀ ਹੈ, ਮਗਰ ਮੇਰਾ ਬੈਲੈਂਸ ਤਾਂ ਮੈਨੂੰ ਉਹਦੀ ਪੇਮੈਂਟ ਕਰਕੇ ਸਪੋਜ਼ ਕਰੋ ਦੋ ਬੰਦੇ ਸੀ। ਠੀਕ ਹੈ, ਇਹ ਦਾ ਕੈਸ਼ ਬੁੱਕ ਦੀ ਸਟੇਟਮੈਂਟ ਹੈ, ਇਹ ਦੀ ਕੈਸ਼ ਬੁੱਕ ਦੀ ਸਟੇਟਮੈਂਟ, ਇਹ ਬੈਂਕ ਦੀ ਪਾਸਬੁੱਕ ਦੀ ਸਟੇਟਮੈਂਟ ਹੈ। ਠੀਕ ਹੈ, ਅਤੇ ਇਹਦਾ ਬੈਲੈਂਸ ਬਣਦਾ ਹੈ 70,000 ਅਤੇ ਇਹਦਾ ਬਣ ਰਿਹਾ 80,000। ਠੀਕ ਹੈ, 10,000 ਦੀ ਪੇਮੈਂਟ ਉਹਨੇ ਲੋਨ ਰੀਪੇਮੈਂਟ ਦੀ ਕੀਤੀ ਹੈ। ਠੀਕ ਹੈ, ਤਾਂ ਕਰਕੇ ਉਹਦਾ 70,000 ਬਣ ਰਿਹਾ, 10,000 ਦਾ ਫਰਕ ਆ ਰਿਹਾ। ਠੀਕ ਹੈ, ਉਹਨੂੰ ਜਦੋਂ ਇਹ ਛਾਨਣੇਗਾ, ਜਦੋਂ ਆਪਣੀ ਐਂਟਰੀਆਂ ਛਾਨਣੇਗਾ, ਦੇਖੇਗਾ ਤਾਂ ਉਹਨੂੰ ਪਤਾ ਲੱਗੇਗਾ ਯਾਰ ਇਹ ਤਾਂ ਬੈਂਕ ਨੇ ਪੇ ਕਰਤੀ, ਤਾਂ ਉਹ ਵੀ ਮਾਈਨਸ ਕਰੇਗਾ 10,000 ਰੁਪਇਆ। ਬਸ ਉਰੇ ਉਹੀ ਕਹਿਣਾ ਚਾਹ ਰਿਹਾ ਕਿ ਉਹ ਲੈਸ ਕਰੇਗਾ। ਠੀਕ ਹੈ ਨਾ, ਲੈਸ ਕਰੇਗਾ ਉਹ ਅਮਾਊਂਟ ਆਪਣੀ ਕੈਸ਼ ਬੁੱਕ 'ਚ ਵੀ ਲੈਸ ਕਰੇਗਾ। ਬੈਂਕ ਚਾਰਜਿਸ ਜਿਹੜੇ ਬੈਂਕ, ਸਾਨੂੰ ਤਾਂ ਪਤਾ ਨਹੀਂ ਬੈਂਕ ਚਾਰਜਿਸ ਲੈ ਰਹੇ ਆ, ਜਦੋਂ ਪਾਸਬੁੱਕ 'ਚ ਐਂਟਰੀ ਆਉਂਦੀ ਤਦ ਹੀ ਪਤਾ ਲੱਗਦਾ, ਮगर ਸਾਨੂੰ ਸਾਡੀ ਕੈਸ਼ ਬੁੱਕ ਨੂੰ ਤਾਂ ਪਤਾ ਨਹੀਂ, ਫਿਰ ਉਹ ਵੀ ਮਾਈਨਸ ਹੋਣਗੇ। ਠੀਕ ਹੈ, ਚੈੱਕ ਇਸ਼ੂਡ ਹੋ ਗਿਆ ਬਟ ਓਮਿਟਡ ਇਨ ਕੈਸ਼ ਬੁੱਕ, ਚੈੱਕ ਇਸ਼ੂਡ ਤਾਂ ਹੋ ਗਿਆ ਮਗਰ ਮੈਨੇ ਪਾਇਆ ਹੀ ਨਹੀਂ ਕੈਸ਼ ਬੁੱਕ 'ਚ ਆਪਣੀ ਐਂਟਰੀ, ਇਹ ਮੇਰੀ ਗਲਤੀ ਹੋ ਗਈ, ਮੈਂ ਉਹ ਪਾਵਾਂਗਾ। ਠੀਕ ਹੈ, ਰੋਂਗ ਡੈਬਿਟ ਗਿਵਨ ਬਾਏ ਬੈਂਕ, ਮਤਲਬ ਕਿ ਕੁਝ ਰੋਂਗ ਡੈਬਿਟ ਕਰਤਾ ਉਸਨੇ, ਪੇਮੈਂਟ ਕਢਾ ਲਈ ਮੇਰੇ ਬੈਂਕ ਵਿੱਚੋਂ, ਕੋਈ ਪੇਮੈਂਟ ਨਿਕਲ ਗਈ 5, 10, 20 ਰੁਪਏ, 25 ਰੁਪਏ, 30 ਰੁਪਏ ਜਾਂ ਕੋਈ 100 ਰੁਪਏ ਕੱਢ ਲਿਆ ਉਹਨੇ ਕੱਢ ਲਿਆ, ਗਲਤੀ ਹੈ ਬੈਂਕ ਦੀ, ਸ਼ਾਇਦ ਉਹਨੇ ਗਲਤੀ ਨਾਲ ਕੀਤਾ, ਮਗਰ ਮੈਨੂੰ ਆਪਣਾ ਬੈਲੈਂਸ ਮਿਲਾਉਣ ਲਈ ਮੈਨੂੰ ਵੀ ਕੈਸ਼ ਬੁੱਕ 'ਚ ਉਸਨੂੰ ਮਾਈਨਸ ਕਰਨਾ ਪਏਗਾ ਫਿਲਹਾਲ ਲਈ ਮੈਨੂੰ, ਤਾਂ ਕਿ ਮੇਰਾ ਬੈਲੈਂਸ ਮਿਲ ਜੇ। ਠੀਕ ਹੈ ਨਾ ਫਰੈਂਡਸ, ਇਹ ਪਤਾ ਲੱਗਿਆ ਨਾ ਕਿ ਐਡ ਕੀ ਹੁੰਦਾ, ਐਡ ਕਿਹੜੀ ਅਮਾਊਂਟਸ ਹੋਣਗੀਆਂ। ਠੀਕ ਹੈ, ਐਡਸ ਕਿਹੜੀ ਹੋਣਗੀਆਂ ਅਤੇ ਲੈਸ ਕੀ ਹੋਣਗੀਆਂ, ਬਸ ਤੁਹਾਨੂੰ ਆਪਣੇ ਬਿਹਾਫ 'ਤੇ ਸੋਚਣਾ, ਤੁਹਾਨੂੰ ਸਿਰਫ ਇਹ ਪਰਪਸ ਸੋਚਣਾ ਕਿ ਮੇਰਾ ਬੈਲੈਂਸ ਮਿਲਣਾ ਚਾਹੀਦਾ। ਟ੍ਰਾਂਜੈਕਸ਼ਨ ਬਾਅਦ ਦੀ ਗੱਲ ਹੈ ਕਿ ਕੌਣ ਗਲਤ ਸੀ ਕੌਣ ਸਹੀ ਸੀ, ਮੈਨੂੰ ਇੰਨਾ ਪਤਾ ਮੇਰੀ ਹਲੇ ਡਿਸਓਨਰ ਹੋ ਗਿਆ, ਤਾਂ ਮੈਨੂੰ ਇਹ ਨਹੀਂ ਦੇਖਣਾ ਆਪਾਂ ਨੇ ਕਿ ਦੂਜੀ ਪਾਰਟੀ ਨੇ ਡਿਸਓਨਰ ਕਿਉਂ ਕਰਤਾ ਜਾਂ ਆਪਾਂ ਇਸ ਡਿਬੇਟ 'ਚ ਪੈ ਜਾਈਏ, ਮੈਨੇ ਆਪਣੀ ਬੁੱਕਸ ਠੀਕ ਕਰਨੀ ਹੈ, ਮੇਰਾ ਇਹ ਪਰਪਸ ਹੈ ਬਸ। ਤਾਂ ਮੈਂ ਆਪਣੇ ਪਰਪਸ ਦੇ ਹਿਸਾਬ 'ਤੇ ਚੱਲਾਂਗਾ ਕਿ ਮੈਂ ਕੀ ਚੀਜ਼ ਲੈਸ ਕਰਾਂਗਾ, ਕੀ ਚੀਜ਼ ਐਡ ਕਰਾਂਗਾ। ਠੀਕ ਹੈ ਨਾ ਫਰੈਂਡਸ, ਇਹ ਇੱਕ ਸਟੇਟਮੈਂਟ ਹੁੰਦੀ ਹੈ, ਤੁਹਾਨੂੰ ਮੈਂ ਦੱਸਿਆ ਸੀ ਨਾ। ਮੇਰਾ ਡੈਬਿਟ ਬੈਲੈਂਸ ਹੈ, ਕੈਸ਼ ਬੁੱਕ ਦਾ ਜਿਹੜਾ ਬੈਂਕ ਬੈਲੈਂਸ ਹੁੰਦਾ ਹਮੇਸ਼ਾ ਡੈਬਿਟ ਹੁੰਦਾ, ਡੈਬਿਟ ਅਮਾਊਂਟ ਡੈਬਿਟ ਹੁੰਦਾ, ਤਾਂ ਉੱਚ ਏਡੀ ਚੀਜ਼ਾਂ ਐਡ ਹੋਣਗੀਆਂ ਜਿਹੜੀ ਤੁਹਾਨੂੰ ਮੈਂ ਦੱਸਿਆ ਨਾ। ਦੇਖੋ, ਚੈੱਕ ਇਸ਼ੂਡ ਬਟ ਨੋਟ ਪ੍ਰੈਜੈਂਟਡ ਫॉर ਪੇਮੈਂਟ, ਇੰਟਰਸਟ ਅਲਾਊਡ ਬਟ ਨੋਟ ਐਂਟਰਡ ਇਨ ਕੈਸ਼ ਬੁੱਕ, ਅਮਾਊਂਟ ਡਾਇਰੈਕਟਲੀ ਡਿਪੋਜ਼ਿਟ ਇਨ ਆਵਰ ਅਕਾਊਂਟ ਬਾਈ ਐਨੀਵਨ, ਇੰਟਰਸਟ ਔਰ ਡਿਵੀਡੈਂਡ ਕੁਛ, ਅਤੇ ਆਪਾਂ ਲੈਸ ਕਰ ਰਹੇ ਜਿਵੇਂ ਚੈੱਕ ਡਿਪੋਜ਼ਿਟ ਬਟ ਡਿਸਓਨਰਡ ਹੋ ਗਿਆ, ਜਿਹੜਾ ਤੁਹਾਨੂੰ ਹੁਣੀ ਕਰਾਇਆ ਸਾਰਾ। ਠੀਕ ਹੈ, ਅਤੇ ਅੰਤ ਵਿੱਚ ਆਪਾਂ ਸਿਰਫ ਪਾਸਬੁੱਕ ਦਾ ਬੈਲੈਂਸ ਦੱਸਾਂਗੇ ਕਿ ਕ੍ਰੈਡਿਟ ਬੈਲੈਂਸ ਮੇਰਾ, ਇਹ ਤਾਂ ਡੈਬਿਟ ਬੈਲੈਂਸ ਮੈਨੂੰ ਪਤਾ ਲੱਗ ਗਿਆ ਕਿਉਂਕਿ ਮੇਰੇ ਕੈਸ਼ ਬੁੱਕ ਵਿੱਚ ਜਿਹੜੀ ਮੇਰਾ ਬੈਲੈਂਸ ਹੈ ਬੈਂਕ ਦਾ ਬੈਲੈਂਸ ਉਹ ਹਮੇਸ਼ਾ ਡੈਬਿਟ ਹੁੰਦਾ। ਬੈਂਕ ਦੀ ਪਾਸਬੁੱਕ 'ਚ ਕੀ ਹੁੰਦਾ, ਹਮੇਸ਼ਾ ਤੁਸੀਂ ਬੈਂਕ ਦੀ ਪਾਸਬੁੱਕ ਦੇਖੀ ਹੋਏਗੀ, ਹਮੇਸ਼ਾ ਉਹਨੇ ਕ੍ਰੈਡਿਟ ਸਾਈਡ ਤੁਹਾਡੀ ਅਮਾਊਂਟ ਪਾਈ ਹੁੰਦੀ ਹੈ, ਤਾਂ ਉਹਦਾ ਉਹ ਕ੍ਰੈਡਿਟ ਸਾਈਡ 'ਤੇ ਅਮਾਊਂਟ ਹੋਏਗੀ। ਠੀਕ ਹੈ ਨਾ, ਕ੍ਰੈਡਿਟ ਸਾਈਡ 'ਤੇ ਅਮਾਊਂਟ ਹੋਏਗੀ। ਇਹ ਅਮਾਊਂਟ ਆਪਣੀ ਪਾਸਬੁੱਕ ਦੀ ਜਿਹੜੀ ਕ੍ਰੈਡਿਟ ਸਾਈਡ 'ਤੇ ਇੰਨੀ ਦਿਖਾਣੀ ਚਾਹੀਦੀ ਹੈ। ਜਦੋਂ ਇਹ ਪਾਰਟੀ ਕੋਈ ਪਾਰਟੀ ਹੈ ਉਹ ਜਿਹੜਾ ਬਣਾ ਰਹੀ ਹੈ ਬੈਂਕ ਰਿਕਨਸਾਈਲੇਸ਼ਨ ਸਟੇਟਮੈਂਟ, ਉਹ ਸਭ ਕੁਝ ਐਡ ਕਰਕੇ ਮਾਈਨਸ ਕਰਕੇ ਉਹ ਇੱਕ ਅਮਾਊਂਟ ਕੱਢੇਗਾ, ਅਮਾਊਂਟ ਉਸ ਦੇ ਨਾਲ ਉਸ ਨੂੰ ਹੁਣ ਉਹਨੂੰ ਵਿਸ਼ਵਾਸ ਹੋਣਾ ਚਾਹੀਦਾ ਕਿ ਇਹ ਅਮਾਊਂਟ ਮੇਰੀ ਪਾਸਬੁੱਕ 'ਚ ਹੋਣੀ ਚਾਹੀਦੀ ਹੈ। ਠੀਕ ਹੈ ਨਾ, ਕਿ ਹਾਂ ਭਾਈ ਮੇਰੀਆਂ ਇਹ ਚੀਜ਼ਾਂ ਸੀ ਜਿਸ 'ਚ ਇਹ ਚੀਜ਼ਾਂ ਮੈਨੇ ਐਡ ਕੀਤੀਆਂ, ਇਹ ਚੀਜ਼ਾਂ ਲੈਸ ਕੀਤੀਆਂ, ਇਹ ਕਰਕੇ ਮੈਨੂੰ ਇੰਨਾ ਮਾਈਨਸ ਹੋਣਾ, ਮਤਲਬ ਇੰਨੇ ਪੈਸੇ ਹੋਣੇ ਚਾਹੀਦੇ ਮਤਲਬ। ਠੀਕ ਹੈ, ਉਸ ਤੋਂ ਬਾਅਦ ਹੁਣ ਤੁਹਾਨੂੰ ਮੈਂ ਦੱਸਿਆ ਸੀ ਨਾ ਪਿੱਛੇ ਸਾਰਾ, ਇੱਕ ਐਗਜ਼ਾਮਪਲ ਹੈ। ਠੀਕ ਹੈ, ਇਹ ਇੱਕ ਐਗਜ਼ਾਮਪਲ ਹੈ
ਹੁਣ ਇਹ ਦੇਖੋ, ਮੈਂ ਤੁਹਾਨੂੰ ਦੱਸਿਆ ਸੀ ਜਿਹੜਾ ਪਿੱਛੇ ਤੁਹਾਨੂੰ ਬਣਾ ਕੇ ਦੱਸ ਰਿਹਾ ਸੀ ਉਹ ਇੱਕ ਬਸ ਇਹ ਸੀ ਕਿ 2 ਕੋਲਮ ਕੈਸ਼ ਬੁੱਕ ਸੀ, ਠੀਕ ਹੈ। ਆਪਾਂ ਨੇ ਕੈਸ਼ ਨਾਲ ਕੋਈ ਲੈਣਾ ਦੇਣਾ ਨਹੀਂ ਸੀ, ਆਪਣੇ ਬੈਂਕ ਦਾ ਲੈਣਾ ਦੇਣਾ ਸੀ, ਠੀਕ ਹੈ। ਬੈਂਕ ਦਾ ਲੈਣਾ ਦੇਣਾ ਸੀ। ਸਾਡੀ ਬੈਂਕ ਵਿੱਚ ਅਸੀਂ ਐਂਟਰੀਆਂ ਪਾ ਰਹੇ ਹਾਂ, ਸਾਰੀਆਂ ਐਂਟਰੀਆਂ ਪਾ ਰਹੇ ਹਾਂ, ਮਗਰ ਬੈਂਕ ਕਈ ਐਸੀ ਐਂਟਰੀ ਹੁੰਦੀ ਹੈ ਜੋ ਨਹੀਂ ਪਾ ਰਿਹਾ। ਮਤਲਬ ਅਸੀਂ ਤਾਂ ਆਪਣੇ ਵੱਲੋਂ ਚੈੱਕ ਇਸ਼ੂ ਕਰਤਾ ਤਾਂ ਮੈਂ ਉਰੋਂ ਮਾਈਨਸ ਕਰਤਾ। ਇਹ ਪਲੱਸ ਸਾਈਡ ਹੈ, ਇਹ ਮਾਈਨਸ ਸਾਈਡ ਹੈ, ਠੀਕ ਹੈ। ਇਹ ਪਲੱਸ ਸਾਈਡ ਸੀ, ਇਹ ਮਾਈਨਸ ਸਾਈਡ ਸੀ। ਚੈੱਕ ਇਸ਼ੂਡ ਹੋਇਆ, ਮੈंने ਪੇਮੈਂਟ ਕੀਤੀ ਹੈ ਤਾਂ ਮੈਂ ਉਰੇ ਪੇਮੈਂਟ 'ਚ ਬੈਂਕ ਬੈਲੈਂਸ ਦਿਖਾ ਦਾਂਗਾ, ਮਗਰ ਬੈਂਕ ਵਿੱਚ ਜੇ ਪਤਾ ਲੱਗਿਆ ਕਿ ਹਲੇ ਤਾਂ ਹੋਇਆ ਹੀ ਨਹੀਂ ਤਾਂ ਮੈਨੂੰ ਦੁਬਾਰਾ ਐਡ 'ਚ ਲਿਆਉਣਾ ਪਏਗਾ, ਪਲੱਸ ਕਰਨਾ ਪਏਗਾ ਉਰੇ, ਠੀਕ ਹੈ। ਮੈਂ ਉਰੇ ਨਹੀਂ ਪਲੱਸ ਕਰਾਂਗਾ, ਮੈਂ ਇੱਕ ਸਟੇਟਮੈਂਟ ਬਣਾਵਾਂਗਾ। ਜਿਹੜੀ ਮੈਂ ਪਿੱਛੇ ਸਟੇਟਮੈਂਟ ਹੈ ਨਾ, ਆ ਦੇਖੋ ਪਿੱਛੇ ਸਟੇਟਮੈਂਟ, ਇਹ ਤੁਹਾਨੂੰ ਐਗਜ਼ਾਮਪਲ ਦਿੱਤੀ, ਸਟੇਟਮੈਂਟ ਆ ਬਣਾ ਕੇ ਕਰਾਂਗਾ ਮੈਂ, ਕੈਸ਼ ਬੁੱਕ 'ਚ ਨਹੀਂ ਕਰਾਂਗਾ। ਮੈਂ ਕੈਸ਼ ਬੁੱਕ ਤੋਂ ਪਹਿਲੇ ਮੈਂ ਇੱਕ ਸਟੇਟਮੈਂਟ ਬਣਾਵਾਂਗਾ, ਮੈਂ ਸਿਰਫ ਬੈਲੈਂਸ ਮਿਲਾਵਾਂਗਾ। ਕੈਸ਼ ਬੁੱਕ 'ਤੇ ਮੇਰੀ ਟ੍ਰਾਂਜੈਕਸ਼ਨ ਉਵੇਂ ਹੀ ਰਹਿਣਗੀਆਂ, ਬਸ ਮੈਂ ਉਹਦੇ ਆਪਣੀ ਸਟੇਟਮੈਂਟ 'ਚ ਇੱਕ ਸਟੇਟਮੈਂਟ ਬਣਾਵਾਂਗਾ ਜਿਸ 'ਚ ਮੈਂ ਦੱਸਾਂਗਾ ਕਿ ਮੈਂ ਕਿਹੜੀ ਕਿਹੜੀ ਚੀਜ਼ ਐਡ ਕਰ ਰਿਹਾ ਆਪਣੇ ਕੈਸ਼ ਬੁੱਕ ਦੇ ਬੈਂਕ ਬੈਲੈਂਸ ਵਿੱਚ ਅਤੇ ਕਿਹੜੀ ਕਿਹੜੀ ਚੀਜ਼ ਮੈਂ ਲੈਸ ਕਰ ਰਿਹਾ, ਠੀਕ ਹੈ ਫਰੈਂਡਸ। ਇਹ ਹੁੰਦੀ ਹੈ ਪਾਸਬੁੱਕ। ਜਿਹੜੀ ਚੀਜ਼ ਸਾਡੀ ਡੈਬਿਟ ਹੁੰਦੀ ਹੈ ਉਹ ਉਹਦੀ ਕ੍ਰੈਡਿਟ ਹੁੰਦੀ ਹੈ, ਅਤੇ ਜਿਹੜੀ ਚੀਜ਼ ਸਾਡੀ ਕ੍ਰੈਡਿਟ ਹੁੰਦੀ ਹੈ ਉਹ ਉਹਦੀ ਡੈਬਿਟ ਹੁੰਦੀ ਹੈ। ਤੁਸੀਂ ਧਿਆਨ ਨਾਲ ਦੇਖਿਓ, ਪਾਸਬੁੱਕ ਦਾ ਜਿਹੜਾ ਤੁਹਾਡਾ ਪੈਸਾ ਪਿਆ ਹੁੰਦਾ ਉਹ ਹਮੇਸ਼ਾ ਕ੍ਰੈਡਿਟ 'ਤੇ ਪਿਆ ਹੁੰਦਾ, ਕਿਉਂਕਿ ਉਹਦੀ ਲਾਇਬਿਲਿਟੀ ਹੈ, ਬੈਂਕ ਨੇ ਪੇ ਕਰਨਾ, ਠੀਕ ਹੈ। ਡੈਬਿਟ 'ਤੇ ਜਦੋਂ ਤੁਸੀਂ ਪੈਸਾ ਕਢਾਉਂਦੇ ਹੋ ਉਹ ਡੈਬਿਟ ਕਰ ਦਿੰਦਾ ਕਿ 30,000 ਤੁਸੀਂ ਕਢਾਇਆ, ਠੀਕ ਹੈ ਨਾ। ਆ ਦੇਖੋ ਇੱਕ ਤੁਹਾਨੂੰ ਐਗਜ਼ਾਮਪਲ ਵੀ ਹੈ, ਜਿਸ ਦੀ ਮੈਂ ਇੱਕ ਐਗਜ਼ਾਮਪਲ ਵੀ ਲਿੱਤੀ ਹੈ। ਆ ਦੇਖੋ, ਸਪੋਜ਼ ਕਰੋ ਕੈਸ਼ ਬੁੱਕ ਦਾ ਬੈਲੈਂਸ ਸੀ, ਬੈਲੈਂਸ ਐਜ਼ ਪਰ ਕੈਸ਼ ਬੁੱਕ ਹਮੇਸ਼ਾ ਡੈਬਿਟ ਬੈਲੈਂਸ ਹੁੰਦਾ ਹੈ, ਤਾਂ ਮੈਂ ਦਿਖਾਤਾ ਮਤਲਬ ਪਲੱਸ ਹੈ ਮੇਰੇ ਕੋਲ ਇੰਨਾ ਪੈਸਾ ਹੈ 7500 ਰੁਪਇਆ, ਠੀਕ ਹੈ, ਮੇਰਾ ਦਿਖਾ ਰਿਹਾ। ਚੈੱਕ ਡਰੋਨ ਹੋਇਆ ਬਟ ਨੋਟ ਪ੍ਰੈਜੈਂਟਡ, ਮੈਨੇ ਡਰੋਨ ਕਰਤਾ ਬਟ ਪ੍ਰੈਜੈਂਟ ਨਹੀਂ ਹੋਇਆ, ਠੀਕ ਹੈ ਨਾ। ਮਤਲਬ ਕਿ ਮੈਨੇ ਇਸ਼ੂ ਕਰਤਾ ਮਗਰ ਪ੍ਰੈਜੈਂਟ ਨਹੀਂ ਹੋਇਆ, ਮਤਲਬ ਕਿ ਪਹਿਲੇ ਮੇਰੇ ਤੋਂ ਮਾਈਨਸ ਹੋਇਆ ਹੋਣਾ, ਮੈਂ ਦੁਬਾਰਾ ਹੁਣ ਪਲੱਸ ਕਰਾਂਗਾ, ਠੀਕ ਹੈ ਨਾ। ਪਲੱਸ ਕਰਾਂਗਾ ਮਤਲਬ ਮਾਈਨਸ, ਮਤਲਬ ਕਿ ਕੈਸ਼ ਬੁੱਕ 'ਚ ਕ੍ਰੈਡਿਟ ਸਾਈਡ 'ਤੇ ਪਾਈ ਹੋਣੀ, ਮਗਰ ਉਹ ਜਦੋਂ ਮੈਂ ਸਟੇਟਮੈਂਟ ਭਰਿਆ ਮੈਂ ਉੱਚ ਐਡ ਕਰਾਂਗਾ। ਕਿਉਂ ਐਡ ਕਰਾਂਗਾ? ਕਿਉਂਕਿ ਪ੍ਰੈਜੈਂਟ ਨਹੀਂ ਹੋਇਆ ਅਤੇ ਮੇਰਾ ਬੈਲੈਂਸ ਹਿਲ ਰਿਹਾ ਇਸਦਾ ਮਤਲਬ ਹਲੇ ਉਹ ਐਂਟਰੀ ਨਹੀਂ ਹੋਈ, ਜਦੋਂ ਹੋਏਗੀ ਫਿਰ ਦੇਖਾਂਗੇ ਆਪਾਂ। ਫਿਲਹਾਲ ਤਾਂ ਉਹ ਮੇਰੇ ਕੋਲ ਪੈਸੇ ਹਲੇ ਨਹੀਂ ਗਏ ਮੇਰੇ ਹੱਥੋਂ, ਤਾਂ ਮੈਂ ਉਹਨੂੰ ਪਲੱਸ ਕਰ ਦਾਂਗਾ 800 ਨੂੰ, ਠੀਕ ਹੈ। 800 ਨੂੰ ਮੈਂ ਪਲੱਸ ਕਰ ਲਿਆ, ਠੀਕ ਹੈ। ਅੱਗੇ ਹੈਗਾ ਚੈੱਕ, ਆਪਾਂ ਨੇ ਕੀ ਨਾਮ ਹੈ, ਚੈੱਕ ਪੇਡ ਇਨਟੂ ਬੈਂਕ ਬਟ ਨੋਟ ਕ੍ਰੈਡਿਟਡ। ਮੈਨੇ ਚੈੱਕ ਪੇਡ ਕੀਤਾ ਬੈਂਕ ਨੂੰ ਪੇ ਕੀਤਾ, ਮਗਰ ਉਹ ਕ੍ਰੈਡਿਟਡ ਨਹੀਂ ਹੋਇਆ। ਪਹਿਲੇ ਮੈਨੇ 200 ਰੁਪਏ ਐਡ ਕੀਤਾ ਹੋਣਾ, ਮੈਨੇ ਪਹਿਲੇ 200 ਰੁਪਏ ਐਡ ਕੀਤਾ ਹੋਣਾ ਨਾ, ਪਹਿਲੇ ਮੈਨੇ 200 ਰੁਪਏ ਐਡ ਕੀਤਾ ਹੋਣਾ, ਬਟ ਬੈਂਕ ਨੇ ਕ੍ਰੈਡਿਟ ਕੀਤਾ ਨਹੀਂ। ਮੇਰੇ ਕੋਲ ਕੋਈ ਚੈੱਕ ਆਇਆ, ਮੈਂ ਚੈੱਕ ਦੀ ਅਮਾਊਂਟ ਲਿੱਤੀ 200 ਰੁਪਏ, ਮੈਨੇ ਪਹਿਲੇ ਐਡ ਕੀਤਾ ਹੋਣਾ, ਮੈਨੇ ਆਪਣੀ ਕੈਸ਼ ਬੁੱਕ 'ਚ ਐਡ ਕਰਤਾ, ਮਗਰ ਬੈਂਕ ਨੇ ਕੀਤਾ ਨਹੀਂ, ਬੈਂਕ ਨੇ ਕ੍ਰੈਡਿਟ ਕੀਤਾ ਨਹੀਂ। ਹਲੀ ਮੇਰੀ ਐਂਟਰੀ ਜਿਹੜੀ ਹੈ ਪਾਸਬੁੱਕ 'ਚ ਕ੍ਰੈਡਿਟ ਹੋਈ ਨਹੀਂ, ਤਾਂ ਮੈਨੂੰ ਉਰੇ ਵੀ ਆਪਣੀ ਮਾਈਨਸ ਕਰਨੀ ਪੈਣੀ ਹੈ। ਸਟੇਟਮੈਂਟ ਜਦੋਂ ਮੈਂ ਬਣਾਵਾਂਗਾ ਉੱਚ ਮੈਨੂੰ ਮਾਈਨਸ ਕਰਨਾ ਪੈਣਾ, ਠੀਕ ਹੈ। ਬੈਂਕ ਚਾਰਜਿਸ ਨੋਟ ਐਂਟਰਡ ਇਨ ਕੈਸ਼ ਬੁੱਕ, ਜਿਹੜੀ ਮੈਂ ਐਂਟਰ ਨਹੀਂ ਕੀਤੀ, ਚਾਰਜਿਸ ਕੀ ਪੇਮੈਂਟ ਕੀਤੀ ਹੈ, ਮਤਲਬ ਕਿ ਬੈਂਕ ਨੇ ਮੇਰੇ ਚਾਰਜਿਸ ਕੱਟੇ ਨੇ, ਮੈਨੂੰ ਆਪਣੇ ਬੈਂਕ ਬੈਲੈਂਸ ਵਿੱਚ ਕੈਸ਼ ਬੁੱਕ ਦੇ ਬੈਂਕ ਬੈਲੈਂਸ ਵਿੱਚ ਦਿਖਾਉਣਾ ਪਏਗਾ ਕਿ 10 ਰੁਪਏ ਚਾਰਜਿਸ ਕੱਟੇ ਨੇ ਬੈਂਕ ਨੇ, ਠੀਕ ਹੈ। ਅਤੇ ਬੈਲੈਂਸ ਐਜ਼ ਪਰ ਪਾਸਬੁੱਕ ਮੇਰੇ ਕੋਲ ਇੰਨਾ ਬੈਲੈਂਸ ਆ ਜਾਏਗਾ ਉਹਦਾ ਸਾਰਾ ਕਰਕੇ ਰਾ ਕੇ, ਠੀਕ ਹੈ ਨਾ। ਜਿਵੇਂ ਆ ਦੇਖੋ ਇਹਦਾ ਟੋਟਲ ਕਿੰਨਾ ਆ ਰਿਹਾ ਸੀ, ਜਿੰਨਾ ਪਲੱਸ ਕਰਕੇ 8300 ਚੋਂ ਆਪਾਂ 200 ਅਤੇ 210 ਮਾਈਨਸ ਕਰਕੇ ਜਿੰਨੀ ਅਮਾਊਂਟ ਆਏਗੀ ਇਹ ਇੰਨਾ ਉਹਦਾ ਬੈਲੈਂਸ ਹੋਣਾ ਚਾਹੀਦਾ ਪਾਸਬੁੱਕ ਦਾ, ਠੀਕ ਹੈ ਨਾ। ਠੀਕ ਹੈ ਫਰੈਂਡਸ, ਆ ਤੁਹਾਨੂੰ ਪਤਾ ਲੱਗਿਆ ਨਾ ਕਿ ਬੈਂਕ ਰੀਕਨਸਾਈਲੇਸ਼ਨ ਸਟੇਟਮੈਂਟ ਕਿਹਨੂੰ ਕਹਿੰਦੇ ਨੇ। ਸਿਰਫ ਸਟੇਟਮੈਂਟ ਨੂੰ ਇਹ ਦੇਖਣਾ ਕਿ ਮੇਰਾ ਜਿਹੜੇ ਪਾਸਬੁੱਕ ਨਾ ਉਸ ਨਾਲ ਮੇਰੀ ਐਂਟਰੀ ਸਹੀ ਮਿਲ ਰਹੀ ਹੈ ਜਾਂ ਨਹੀਂ ਮਿਲ ਰਹੀ, ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ। ਜੇ ਕੋਈ ਪ੍ਰੋਬਲਮ ਆਵੇ ਤਾਂ ਦੱਸਣਾ ਕਿ ਹਾਂ ਭਾਈ ਮੈਨੇ ਆਪਣੀ ਐਂਟਰੀਆਂ ਨੂੰ ਛਾਨਣਾ ਕਿ ਇਹ ਚੀਜ਼ ਪ੍ਰੋਬਲਮ ਨਾ ਆਵੇ, ਮਤਲਬ ਕਿ ਮੈਨੂੰ ਆਪਣੇ ਬੈਲੈਂਸ ਸਹੀ ਰੱਖਣੇ ਹੈ। ਮੇਰਾ ਪਰਪਸ ਹੈ ਕਿ ਮੇਰੀ ਜਿਹੜੀ ਕੈਸ਼ ਬੁੱਕ ਦਾ ਉਹਦਾ ਸਟੇਟਮੈਂਟ ਸਹੀ ਰਹੇ, ਉਹਦੇ ਲਈ ਮੈਂ ਸਟੇਟਮੈਂਟ ਬਣਾਉਣਾ, ਬੈਂਕ ਰੀਕਨਸਾਈਲੇਸ਼ਨ ਸਟੇਟਮੈਂਟ, ਠੀਕ ਹੈ ਨਾ ਫਰੈਂਡਸ। ਜਿਹੜਾ ਮੈਂ ਤੁਹਾਨੂੰ ਪਿੱਛੇ MCQ ਯੂਜ਼ ਕਰਾਏ ਸੀ, ਮੈਨੂੰ ਉਮੀਦ ਹੈ ਕਿ ਤੁਸੀਂ ਉਹਦੇ ਕਮੈਂਟ ਕਰਕੇ ਦੱਸਿਆ ਹੋਣਾ ਕਿ ਮੇਰੇ ਕਿੰਨੇ ਕੁਐਸਚਨ ਠੀਕ ਹੈ। ਹੁਣ ਤੁਹਾਨੂੰ ਬੈਂਕ ਰੀਕਨਸਾਈਲੇਸ਼ਨ ਸਟੇਟਮੈਂਟ ਕਰਾਇਆ, ਜਦੋਂ ਅਸੀਂ ਫਾਈਨਲ ਕਾਊਂਟ ਕਰਾਂਗੇ ਨਾ ਤੁਹਾਨੂੰ ਇਹ ਸਾਰਾ ਪਤਾ ਲੱਗੇਗਾ, ਐਂਟਰੀਆਂ ਪੈਣਗੀਆਂ, ਤੁਹਾਨੂੰ ਸਾਰੀ ਸਮਝ ਹੋਏਗੀ। ਮੈਂ ਹਰੇਕ ਟੋਪਿਕ ਤਾਂ ਕਰਾ ਰਿਹਾ ਕਿ ਤੁਹਾਨੂੰ ਚਲੋ ਸਮਝ ਆ ਜਾਵੇ, ਠੀਕ ਹੈ ਫਰੈਂਡਸ। ਅੱਜ ਲਈ ਇੰਨਾ ਹੀ। ਜੇ ਤੁਹਾਨੂੰ ਮੇਰਾ ਲੈਕਚਰ ਅੱਛਾ ਲੱਗਿਆ ਹੋਵੇ, ਵਧੀਆ ਲੱਗਿਆ ਹੋਵੇ, ਤਾਂ ਕਿਰਪਾ ਕਰਕੇ ਇਹਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਿਓ, ਠੀਕ ਹੈ ਨਾ ਫਰੈਂਡਸ। ਅਸੀਂ ਹੁਣ ਕੱਲ੍ਹ ਮਿਲਾਂਗੇ। ਥੈਂਕ ਯੂ।